ਮਨ ਚਾਉ ਪਾਇਆ ਪ੍ਰਭ ਆਗਮ ਸੁਣਿਆ। ਜਦ ਗੁਰ ਉਪਦੇਸ਼ ਦੁਆਰਾ ਪਰਮੇਸ਼ਰ ਦਾ ਆਉਣਾ, ਭਾਵ ਪ੍ਰਗਟ ਹੋਣਾ, ਭਾਵ ਸਾਖਿਆਤਕਾਰ ਹੋਣਾ ਸੁਣਿਆ ਕਿ ਇਸ ਮਨੁੱਖਾ ਜਨਮ ਦੇ ਵਿੱਚ ਹੀ ਪਰਮੇਸ਼ਰ ਪ੍ਰਾਪਤ ਹੁੰਦਾ ਹੈ, ਤਾਂ ਮਨ ਦੇ ਵਿੱਚ, ਹਿਰਦੇ ਵਿੱਚ ਚਾਉ ਪਿਆ, ਉਤਸ਼ਾਹ ਹੋ ਗਿਆ। ਇਹ ਜੋ ਗੁਰੂ ਘਰ ਦਾ ਸਾਡਾ ਕੰਮ ਹੈ, ਇਹ ਉਤਸ਼ਾਹ ਵਾਲਾ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਜਿਹੜਾ ਖੁਸ਼ੀ ਖੁਸ਼ੀ ਕੰਮ ਹੋਵੇ ਉਹਦੇ ਨਾਲ ਹੀ ਕਾਰਜ ਸਮਰਦਾ ਹੈ, ਅਤੇ ਆਪ ਦਾ ਮਨ ਵੀ ਪ੍ਰਸੰਨ ਹੋ ਜਾਂਦਾ ਹੈ, ਕਿਸੇ ਉੱਪਰ ਵੀ ਪਰਉਪਕਾਰ ਹੋ ਜਾਂਦਾ। ਜਿਹੜਾ ਬੱਧਾ ਚੱਟੀ ਹੈ ਉਹਦੇ ਨਾਲ ਕਾਰਜ ਨਹੀਂ ਸਮਰਦਾ, ਮਨ ਪ੍ਰਸੰਨ ਨਹੀਂ ਹੁੰਦਾ। ਉਹ ਤਾਂ ਇੱਕ ਬੱਧਾ ਰੁਧੀ ਡਿਊਟੀ ਦੇਣ ਦੀ ਤਰ੍ਹਾਂ ਹੈ ਕਿ ਕੰਮ ਕਰਨਾ ਹੀ ਪੈਣਾ ਹੈ। ਜਿਹੜਾ ਖੁਸ਼ੀ ਨਾਲ ਕੀਤਾ ਜਾਏ ਉਹਦੇ ਵਿੱਚ ਤਰੱਕੀ ਹੁੰਦੀ ਹੈ। ਬੱਧਾ ਚੱਟੀ ਵਿੱਚ ਬੰਦਾ ਕਰੀ ਤਾਂ ਜਾਂਦਾ ਪਰ ਤਰੱਕੀ ਨਹੀਂ ਹੁੰਦੀ। ਤੋ ਇਸ ਲਈ ਜਿੰਨਾ ਚਿਰ ਮਨ 'ਚ ਉਤਸ਼ਾਹ ਨਹੀਂ ਹੋਏਗਾ ਉਹਨਾਂ ਚਿਰ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਜਿਵੇਂ ਹੋਰ ਕੰਮ ਅਸੀਂ ਆਪ ਦੇ ਪ੍ਰੇਮ ਨਾਲ, ਉਤਸ਼ਾਹ ਨਾਲ ਕਰਦੇ ਹਾਂ, ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ। ਪਾਤਸ਼ਾਹ ਫਰਮਾਉਂਦੇ ਨੇ, ਸਾਵਧਾਨ ਇਕਾਗਰ ਚੀਤ, ਚਿੱਤ ਦੀ ਇਕਾਗਰਤਾ ਦੇ ਨਾਲ ਅਤੇ ਸਾਵਧਾਨਤਾ ਦੇ ਨਾਲ ਜਿਹੜਾ ਕੰਮ ਕੀਤਾ ਜਾਵੇ ਉਹੀ ਕੰਮ ਹੀ ਸਫਲ ਹੈ ਔਰ ਉਹੀ ਕਾਰਜ ਰਾਸ ਹੁੰਦਾ ਹੈ। ਸੋ ਸਾਵਧਾਨ ਇਕਾਗਰ ਚੀਤ, ਬਿਲਕੁਲ ਸਾਵਧਾਨੀ ਚਿੱਤ ਦੀ ਇਕਾਗਰਤਾ ਦੇ ਨਾਲ। ਤੀਜੇ ਪਾਤਸ਼ਾਹ ਜੀ ਦਾ ਹੀ ਸੋਰਠ ਦੀ ਵਾਰ ਵਿੱਚ ਬਚਨ ਹੈ, ਸ਼ਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨ ਪਛੋਤਾਏ। ਇਹ ਮਨਾ ਤੂੰ ਚਿੱਤ ਦੀ ਇਕਾਗਰਤਾ ਦੇ ਨਾਲ ਔਰ ਪ੍ਰੇਮ ਦੇ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰ। ਪਰਮਾਤਮਾ ਦੀਆਂ ਇੰਨੀਆਂ ਵਡਿਆਈਆਂ ਹਨ ਕਿ ਉਹ ਦੇਣ ਲੱਗਾ ਪਛਤਾਪ ਨਹੀਂ ਕਰਦਾ। ਸੋ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਆਨੰਦ ਸਾਹਿਬ ਦੀ 34ਵੀਂ ਪੌੜੀ ਦੀ ਪ੍ਰਾਰੰਭਤਾ ਕਰਦਿਆਂ ਬਖਸ਼ਿਸ਼ਾਂ ਕਰ ਰਹੇ ਹਨ। ਮਨ ਚਾਉ ਪਿਆ, ਮਨ ਦੇ ਵਿੱਚ ਉਸੇ ਵਕਤ ਹੀ ਚਾਉ, ਉਤਸ਼ਾਹ ਪ੍ਰਗਟ ਹੋ ਗਿਆ। ਪ੍ਰਭ ਆਗਮ ਸੁਣਿਆ, ਜਦ ਗੁਰੂ ਉਪਦੇਸ਼ ਦੇ ਦੁਆਰਾ ਪਰਮੇਸ਼ਰ ਦਾ ਆਉਣਾ ਸੁਣਿਆ, ਪ੍ਰਗਟ ਹੋਣਾ ਸੁਣਿਆ, ਸਾਖਿਆਤਕਾਰ ਹੋਣਾ ਸੁਣਿਆ ਕਿ ਨਾਮ ਜਪੋ, ਸੇਵਾ ਸਿਮਰਨ ਕਰੋ, ਅਤੇ ਪ੍ਰਭੂ ਦਰਸ਼ਨ ਦਿੰਦਾ ਹੈ। ਇੱਕ ਸਾਧੂ ਮਹਾਤਮਾ ਜੋ ਕਿ ਇੱਕ ਦਰੱਖਤ ਦੇ ਨੀਚੇ ਬੈਠਾ ਬੜੇ ਸਾਲ ਹੋ ਗਿਆ ਤਪ ਕਰ ਰਿਹਾ ਸੀ। ਕੋਈ ਕ੍ਰਿਸ਼ਨ ਦਾ ਪ੍ਰੇਮੀ ਰਸਤੇ ਚੱਲਦਿਆਂ ਚਲਦਿਆਂ ਮਹਾਤਮਾ ਦੇ ਕੋਲ ਠਹਿਰਿਆ। ਕਹਿੰਦੇ ਆਓ ਸੰਤ ਜੀ ਤੁਹਾਨੂੰ ਵੀ ਲੈ ਚੱਲੀਏ। ਕਹਿੰਦੇ ਕਿੱਥੇ? ਕਹਿੰਦੇ ਦੁਆਰਕਾ। ਉੱਥੇ ਕੀ ਹੈ? ਉੱਥੇ ਭਗਵਾਨ ਕ੍ਰਿਸ਼ਨ ਜੀ ਰਹਿ ਰਹੇ ਨੇ। ਭਗਵਾਨ ਕ੍ਰਿਸ਼ਨ ਜੀ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ, ਆਓ। ਕਹਿੰਦੇ ਕਿ ਮਹਾਰਾਜ ਇੱਥੇ ਹੀ ਕਿਰਪਾ ਕਰਕੇ ਦਰਸ਼ਨ ਦੇਵੇ ਤਾਂ ਆਨੰਦ ਹੈ।
तू मेरी बेनती करके उन्होंने पुछी कि फलाना साधु आप दे दर्शनां दे चाह मान है, कदों दर्शन देओगे। ਜਿਹੜਾ ਉਹ ਜਵਾਬ ਦੇਣ ਉਹ ਮੈਨੂੰ ਆ ਕੇ ਦੱਸ ਦੇਵੇਂ। ਉਹ ਪ੍ਰੇਮੀ ਗਿਆ, ਜਾ ਕੇ ਭਗਵਾਨ ਕ੍ਰਿਸ਼ਨ ਨੂੰ ਉਹ ਸਾਧੂ ਦੀ ਸਿਫਾਰਿਸ਼ ਪਾਈ ਅਤੇ ਮੌਜ ਦੇ ਮਾਲਕ ਭਗਵਾਨ ਨੇ ਜਵਾਬ ਦਿੱਤਾ ਕਿ ਤੂੰ ਸਾਧੂ ਨੂੰ ਜਾ ਕੇ ਕਹਿ ਦੇਈਂ ਕਿ ਉੱਪਰ ਧਿਆਨ ਮਾਰ, ਜਿਸ ਦਰਖਤ ਦੇ ਨੀਚੇ ਬੈਠਾ ਉਹ ਤਪ ਕਰ ਰਿਹਾ, ਜਿੰਨੇ ਉਸ ਦਰਖਤ ਦੇ ਪੱਤਰੇ ਹਨ ਇੰਨੇ ਸਾਲ ਉਹਨੂੰ ਤਪ ਕਰਨਾ ਪਏਗਾ। ਜਦ ਇੰਨੇ ਸਾਲ ਤਪ ਕਰੂਗਾ ਤਾਂ ਮੈਂ ਉਹਨੂੰ ਜਾ ਕੇ ਦਰਸ਼ਨ ਦੇਵਾਂਗਾ। ਉਹ ਮਨੁੱਖ ਵਿਚਾਰਾ ਬੜਾ ਉਦਾਸ ਹੋਇਆ ਵੀ ਇਹ ਕੈਸਾ ਜਵਾਬ ਹੈ, ਮੈਂ ਕਿਸ ਮੂੰਹ ਨਾਲ ਜਾ ਕੇ ਉਹਨੂੰ ਦੱਸਾਂਗਾ। ਜਾਂਦੀ ਬਾਕੀ ਫਿਰ ਉੱਥੇ ਜਦ ਠਹਿਰਿਆ, ਉਹ ਸਾਧੂ ਨੇ ਪੁੱਛਿਆ ਕਿ ਭਗਵਾਨ ਨੇ ਕੀ ਜਵਾਬ ਦਿੱਤਾ ਹੈ। ਕਹਿੰਦੇ ਮਹਾਰਾਜ ਦੱਸਣ ਵਾਲਾ ਨਹੀਂ। ਕਹਿੰਦੇ ਦੱਸ ਤਾਂ ਸਹੀ। ਕਹਿੰਦੇ ਉਹ ਕਹਿੰਦੇ ਉੱਪਰ ਨੂੰ ਦੇਖ, ਜਿੰਨੇ ਦਰਖਤ ਦੇ ਪੱਤਰੇ ਨੇ ਇੰਨੇ ਸਾਲ ਤੈਨੂੰ ਤਪ ਕਰਨਾ ਪਏਗਾ। ਇੰਨੇ ਸਾਲ ਤਪ ਕਰਨ ਤੋਂ ਬਾਅਦ ਉਹ ਕਹਿੰਦੇ ਮੈਂ ਦਰਸ਼ਨ ਦਿਆਂਗਾ। ਉਹ ਖੁਸ਼ੀ ਵਿੱਚ ਨੱਚਣ ਹੀ ਲੱਗ ਪਿਆ। ਉਹ ਵੇਖ ਕੇ ਹੈਰਾਨ ਹੋਇਆ। ਕਹਿੰਦਾ ਮੈਂ ਤਾਂ ਸੋਚਦਾ ਸੀ ਕਿ ਤੂੰ ਉਦਾਸ ਹੋ ਜਾਏਗਾ, ਤਪ ਕਰਨਾ ਛੱਡ ਦੇਵੇਂਗਾ, ਅਤੇ ਤੂੰ ਉਲਟਾ ਖੁਸ਼ ਹੋ ਰਿਹਾ ਹੈ। ਇਹਦੇ ਵਿੱਚ ਕਾਹਦੀ ਖੁਸ਼ੀ ਦੀ ਗੱਲ ਹੈ? ਕਹਿੰਦੇ ਖੁਸ਼ੀ ਦੀ ਗੱਲ ਨਹੀਂ, ਹੋਰ ਤਾਂ ਕੀ ਹੈ। ਉਹਨੇ ਹਾਂ ਤਾਂ ਕੀਤੀ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ, ਮਤਲਬ ਨਾ ਤਾਂ ਨਹੀਂ ਹੋਈ, ਕਿਹਾ ਨਾ ਮੈਂ ਦਰਸ਼ਨ ਦੇਊਂਗਾ, ਅਤੇ ਮੇਰਾ ਕੀ ਹੈ। ਉਹ ਜਦ ਸੋਚੀਏ ਵੇਖਣ ਨੂੰ ਜਾਪਦਾ, ਪਰ ਸਾਲਾਂ ਬੱਧੀ ਅਸੀਂ ਕਈ ਕੰਮਾਂ ਦੇ ਵਿੱਚ ਰੁੱਝੇ ਰਹਿੰਦੇ ਹਾਂ। ਜਦ ਸੋਚੀਏ ਇੰਨੇ ਸਾਲ ਹੋ ਗਏ, ਉੱਨੇ ਸਾਲ ਹੋ ਗਏ। ਇਸ ਵਾਸਤੇ ਇਹ ਸਾਡੇ ਕੰਮ ਦੇ ਵਿੱਚ ਪਾਤਸ਼ਾਹ ਕਹਿੰਦੇ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਭਕਾਰ, ਛੇਤੀ ਖੁਸ਼ੀ ਸਵਾਰੀ ਹੈ ਨਾਨਕ ਹਰਿ ਸਾਰ। ਧੀਰਜ ਵਾਲਾ ਕੰਮ ਹੈ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉ ਬਸੁਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਦਾ ਜਿਗਰਾ ਧਰਤੀ ਵਰਗਾ ਵੱਡਾ ਹੁੰਦਾ ਹੈ। ਮਾਂ ਦਾ ਜਿਗਰਾ ਬਹੁਤ ਵੱਡਾ ਹੁੰਦਾ। ਬੱਚੇ ਜੋ ਮਰਜ਼ੀ ਕਹਿਣ, ਪਰ ਮਾਂ ਗੁੱਸਾ ਨਹੀਂ ਕਰਦੀ। ਜੇ ਉਹ ਗੁੱਸਾ ਕਰ ਲਏ ਤਾਂ ਫਿਰ ਬੱਚਿਆਂ ਦੀ ਪਾਲਣਾ ਕੌਣ ਕਰੇਗਾ? ਮਹਾਰਾਜ ਨੇ ਮਾਤਾ ਧਰਤ ਮਹਤ ਆਖਿਆ। ਧਰਤੀ ਮਾਤਾ ਦੀ ਤਰ੍ਹਾਂ ਇੱਥੇ ਹੀ ਆਪਾਂ ਜਨਮ ਲੈਂਦੇ ਹਾਂ, ਇੱਥੇ ਮਿੱਟੀ ਵਿੱਚ ਹੀ ਪਲਦੇ ਹਾਂ, ਇੱਥੇ ਹੀ ਖਾਂਦੇ ਪੀਂਦੇ ਹਾਂ, ਵਿੱਚ ਹੀ ਆਪਦੇ ਸਮਾ ਲੈਂਦੀ ਹੈ। ਭਾਵੇਂ ਕੋਈ ਇਹਨੂੰ ਪੁੱਟੇ ਅਤੇ ਭਾਵੇਂ ਕੋਈ ਚੰਦਨ ਦਾ ਲੇਪ ਕਰੇ, ਪੁੱਟਣ ਵਾਲੇ ਨੂੰ ਸਰਾਪ ਨਹੀਂ ਦਿੰਦੀ, ਚੰਦਨ ਦਾ ਲੇਪ ਕਰਨ ਵਾਲੇ ਨੂੰ ਵਰ ਨਹੀਂ ਦਿੰਦੀ। ਏਡਾ ਜਿਗਰਾ ਬ੍ਰਹਮ ਗਿਆਨੀ ਦਾ ਹੋਣਾ ਚਾਹੀਦਾ ਹੈ, ਜਿਹਨੇ ਰੱਬ ਨੂੰ ਪਾਉਣਾ ਹੈ। ਸੋ ਬੱਧਾ ਚੱਟੀ ਦੇ ਨਾਲ ਕੋਈ ਕਾਰਜ ਰਾਸ ਨਹੀਂ ਹੁੰਦਾ। ਖੁਸ਼ੀ ਦੇ ਨਾਲ ਦੂਜੇ 'ਤੇ ਵੀ ਪਰਉਪਕਾਰ, ਆਪ ਦਾ ਵੀ ਕਾਰਜ ਰਾਸ। ਧੰਨ ਬਾਬਾ ਫਰੀਦ ਸਾਹਿਬ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਨੇ ਲਗਾਤਾਰ 12 ਚੌਕ 48 ਸਾਲ ਬੰਦਗੀ ਕੀਤੀ। ਮਾਤਾ ਨੇ ਸ਼ੱਕਰ ਦੀ ਪੁੜੀ ਦੇ ਕੇ ਨਮਾਜ਼ੀ ਬਣਾਇਆ, ਨਿਤਨੇਮੀ ਬਣਾਇਆ। ਫਿਰ ਜਦ ਪਰਮਾਤਮਾ ਨੇ ਸ਼ੱਕਰ ਬਖਸ਼ੀ ਤਾਂ ਨਿਹਾਲ ਹੋ ਗਏ। ਕਹਿੰਦੀ ਅੱਜ ਤੋਂ ਬਾਅਦ ਬਿਨਾਂ ਸ਼ੱਕਰ ਖਾਣ ਤੋਂ ਹੀ ਨਮਾਜ਼ ਪੜ੍ਹਿਆ ਕਰਾਂਗੇ। ਸੋ 12 ਸਾਲ ਪੱਤਰੇ ਧਰੂ ਕੇ ਖਾਂਦੇ ਰਹੇ। ਜਦ ਕੇਸੀ ਇਸ਼ਨਾਨ ਕਰਕੇ 12 ਸਾਲਾਂ ਬਾਅਦ ਮਾਤਾ ਕੇਸ ਮੋਹਣ ਲੱਗੀ ਤਾਂ ਅੜਕਣੇ ਪਏ ਹੋਏ ਕੱਢਣ ਲੱਗੀ। ਫਰੀਦ ਸੀ ਕਰਨ ਲੱਗਾ। ਕਹਿੰਦੀ ਕੀ ਹੁੰਦਾ? ਕਹਿੰਦਾ ਜੀ ਦਰਦ ਹੁੰਦੀ। ਕਹਿੰਦੀ ਜਿਹਦੇ ਦਰਖਤਾਂ ਦੇ ਪੱਤਰੇ ਧਰੂ ਕੇ ਖਾਂਦਾ ਰਿਹਾ ਉਹਨਾਂ ਨੂੰ ਦਰਦ ਨਹੀਂ ਹੋਈ? ਓਹੋ, ਇਹ ਤਾਂ ਗਲਤੀ ਹੋ ਗਈ। 12 ਸਾਲ ਕਾਠ ਦੀ ਰੋਟੀ ਗਲ 'ਚ ਪਾ ਕੇ ਤੁਰੇ ਫਿਰਦੇ ਰਹੇ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਲਾਵਣ ਦਾ ਅਰਥ ਹੈ ਸਲੂਣਾ। ਕਾਠ ਦੀ ਮੇਰੀ ਰੋਟੀ ਹੈ ਅਤੇ ਜਿਹੜੀ ਭੁੱਖ ਹੈ ਇਹ ਸਲੂਣਾ ਹੈ।
मतलब जिसने दे देना रब दा दिता जाणगे ਉਹੀ ਛਕ ਕੇ ਰੱਬ ਰੱਬ ਕਰ ਛੱਡਣਾ, नहीं तो काठ की रोटी पा के संतोखी हो के तुरे फिरना, बहुती भुख लगनी ਲੱਕੜ ਨੂੰ ਹੀ ਚੱਕ ਮਾਰ ਲੈਣਾ, जो थले डिगे फल फ्रूट मिल जाने उन्होंने धो के खा लेना, पत्तियां नूं ते दरख्तां नूं लगे फलों नूं नहीं तोड़ना। तो इंज जीवन उन्होंने गुजारिया। कहते जिन्ना खाधी चोपड़ी घने सहणगे दुख, रुखी सुखी खाई कै ठंडा पानी पीओ फरीदा, देख पराई चोपड़ी ना तरसाए जियो। इउं 12 साल गुजारे। फिर जिस दरख्त के हेठ बैठ के तप कर रहे सी, चिड़ियाँ रौला पा रही सी, कहते चिड़ियों मर जाओ, वो बेचारियाँ मर गईयां। फिर सोचा मना तो पाप हो गया, चिड़ियाँ नूं नहीं सी मारना चाहिए। कहते चिड़ियों जीओ पाओ, वो जी उठियाँ। वाक सीधी समझ लई कि मेरा वचन पूरा होने लग पिया, मन च मान आ गया। रस्ते तुरे जा रहे सी, पानी की प्यास लगी। एक बीबी खूह के मन ते लज दे नाल पानी कढ़ रही सी, बाल्टियां कढ़ कढ़ के मौन ते पा रही सी, जिहड़ी मौन हुंदी 4 चफेरे। खूह के उपर छोटी छोटी कंध इस तरह डोली जाए, कढ़ी जाए, डोली जाए। फरीद गया, कहने लगा बीबी भैणा मैनूं प्यास लगी, पानी पिला। उन्हें नहीं वेख्या, वो पानी कढ़ दे ते डोल देवे। दोबारा तो फिर आख्या, कहंदी भैणा मैनूं प्यास लगी है, पानी पिया दे। ते उन्हें चंगी तरह वेख्या, ध्यान दे नाल फरीद साहब वाल वेख के, जिस तरह गुस्सा किया हुंदा। फिर आपदे काम च लग गई, पानी कढ़ी जाए, डोली जाए, पानी पियावे कोई ना। फरीद नूं थोड़ी जी तलखी आई, कहने लगा भी तू मेरी गल क्यों नहीं सुनती है, पानी डोली जा रही है फजूल दा। मैं तेनों कहा मैनू प्यास लगी है, मैनू पानी पिया। कहती बाबा ये चिड़ियाँ नहीं, मर जाओ तो जीओ जाओ, चुप करके बैठ जा, पानी पिया दूँगी। पहला मैं आपदे भैन नूं लगी घर नूं लगी अग तो बुझा लवां। उन्हें सोचा भी ये बीबी नूं किवें पता चल गया, मेरे नालों तो यही अंतरजामी है। भैन का घर कित्थे है, अग कित्थे लगी हुई है, पानी कित्थे पा के बुझा रही है। ये तो गलती हो गई, प्रभु के भाने च दखल हो गया, चिड़ियां नूं मारता जवाता। सो बीबी तो मन के उपर गहरा असर होया। फिर सोचा मना तप पूरा नहीं होया। फिर पागपटन शहर के बाहर बार एक खूह है, उत्थे तप करन लग पे। तप करदियां करदियां दी वर्मी जम गई, ते केवल अखां ही बाकी रह गईयां। उत्थे ही कांवां ने शरीर नूं चूंडिया सीगा। कागा एक रंग ढडोलिया, सगला खाया मास। ते जद अखां चमकीली चीज़ जान के उन्होंने ठूंगे मारे, तो फरीद साहब कहन लगे ये दोए नैना मत छोहो फिर देखन की आस। एक बार उचारण करो सतनाम श्री वाहिगुरु। ये नहीं आख्या भी रब दे विच दोष है, भी परमात्मा मैं इन्ना तप किया मैनू मिलिया क्यों नहीं। दोष ना देहो राय नूं। महाराज कहते भी पर पातशाह नूं दोष नहीं देना चाहिए। महाराज का काहदा दोष है, गलती तो गरीब बंदा ही करदा, मेरे वर्गा। माड़े बंदे को गलती हुंदी है, वड्डे बंदे थोड़ो गलती करते हैं। तो इसलिए परमात्मा तो सब तो वड्डा, वो तो गलती करदा ही नहीं। गलती साथों कोई होई होवेगी तां सानू महाराज नहीं मिल रहा। रब नूं दोष नहीं दिता, दद्दै दोष न दिओ किसै, दोष कर्मा अपनिया जो मैं किया सो मैं पाया, दोष न दीजै वरजना। उलामा नहीं दिता, माड़ा नहीं आखिया, आपदे आप नूं कोसिया। ते फिर देखण की आस
मतलब अजे भी दर्शनां दी आस है मन दे विच। कहंदे ने अजै सो रब ना पहुड़ियो तन सुक्का पिंजर तीया थलियां कुंडै काग। अजै सो रब ना बहुड़ियो देख बंदे के भाग ही माड़े आख्या भी बंदे दे भागां 'च फर्क है, रब 'च कोई फर्क नहीं। ये नहीं आख्या भी तन सो गया पिंजर हो गया, महाराज पता नहीं बोला है या उन्होंने देखता नहीं भी मैं इन्ना चिर हो गया तप कर दिया मैनू मिलता क्यों नहीं है, कोई बुरा भला बचन नहीं आख्या। फरीदा तन सुक्का पिंजर थीया तलियां खुंडै काग। अजै सो रब ना बहुड़ियो देख बंदे के भागां नू कोसिया है, देख बंदे के भाग। फिर सोचा भी मना जे महाराज नहीं मिलता मेरे जीवन का की फायदा होया, इधरों बंदा डुब के मर जाए सही, डुबन नू जी ना करे। ते चंगा पक्का रसा संगल लैके लोहे का संगल लैके एक दरखत सीगा खूह के किनारे तो वो चंगे जकड़बंद मार के संगल फड़ के ते खूह च लटक गए कि परमात्मा मिलूगा तो बाहर निकलना। साध संगत जी 12 साल तप करते रहे खूह दे विच लटक के। जब तप कर रहे सी एक आजड़ी बकरियां चारन वाला खूह ते पानी पीण आया। जब उन्हें हेठां ध्यान मार के वेखिया वो वेख के घबरा गया कि एक बंदा मरन वास्ते तैयार खड़ा है। कहन लगा बाबा जी तुसीं लड़ पए हो घरदियां दे नाल ते क्यों मरना चाहुंदे हो? कहंदे नहीं मैं लड़िया नहीं हाँ। कहंदे फिर क्यों गुस्से क्यों हो गए, मरना क्यों चाहुंदे हो? कहंदे मैं तो रब नूं पाउण लई तप कर रहा। कहंदे रब इस तरह मिल जांदा खूह दे विच लटकण नाल? कहंदे हाँ। उन्हें यकीन किया, उन्होंने सब कुछ भुल गया, आपदियां बकरियां बुकरियां उन्हें छड्डतियां, दीन दुनिया भुल गई, उहदे मन च प्रेम जा गया कि आपां भी रब नाल मिलीए। उन्हें की कीता भी घाह दियां तड़ा तुड़ा पुट्टियां कोई पराली परूली इधरों उधरों कट्ठी कर कुर के ते मोटा जिहा सुबड़ जिहा वटिया बेड़ जिहा इउं जिस तरह का उन्होंने जाच सीगी बेड़ बूड़ वट के जिस तरह दरख्त नूं उन्हें गंढ मारी इस तरह उन्हें बेड़ की गंढ मार लई। ये नहीं वेखिया भी फरीद तां पक्के संगल मार के लटकिया सी ते बेड़ कच्चा होएगा। भोले बाई मलेरा घराया भोला सुभाਅ सीगा। फरीद साहब के बचनों पर भरोसा करके जदों बेड़ पकड़ के लगा लटकन बेड़ गया टुट। ते जिस वक्त वो पानी में डिगन लगा तो महाराज अकाल पुरख वाहिगुरु परमात्मा ने आप दियां बाहां उच्चियां करके प्रगट होए। उच्चियां बाहां करके उन्होंने बोझ लिया, बोझ के ते चुक के बाहर मारिया। आख्या वो कमलिया आदा साध कमला होया फिरदा, कमले साधां दे पिछे नहीं लगीदा, तू आपदियां बकरियां चर घर नूं जा, आपदी रोजी रोटी का प्रबंध करे। तो कमला वेला साध है, तू ये पिछे ला के ये आखे ला के तू मरन लगा सीगा। ओहो कहंदे महाराज सच्चे पातशाह वेखो आजड़ी नूं दर्शन दे दिते ते मैनू क्यों नहीं मिले? आख्या महाराज बहुत रोए, बड़ा अफसोस किया भी मैं किहड़े माड़े कर्म किए जी, आपदे दर्शन मैनू क्यों नहीं हुंदे? आजड़ी नूं झाटी मिल पे। कहंदे फरीदा तू दस कोई गुरु धारिया है, आपदी मर्जी नाल ही तुरया फिरदा? कहंदा जी नहीं गुरु तो कोई धारिया नहीं। कहंदे नगुरे बंदे नूं थोड़ो मैं मिलदा, जा जाके गुरु धार, गुरु तो उपदेश लै, गुरु दे राही मैं प्राप्त हुंदा। कहंदे फिर महाराज आजड़ी नूं किवें मिल पए? उहदा किहड़ा गुरु सीगा? कहंदे उहदा गुरु सी तू। गज के आखो सतनाम श्री वाहे। तू उहनूं उपदेश दिता कि खूह विच लटकण दे नाल प्रभु की प्राप्ति हुंदी है, तां आजड़ी ने तेरे ते भरोसा किया
गुरु के बचनों पर भरोसा करके उन्हें तेनों गुरु धारण करके यकीन दे नाल जद रब की आराधना की, जुरनी भी सालों के साल, गल तो भरोसे की है। एक चित जैक्शन ते आयो, काल फास के बीज ना आयो। तेनों मेरे ते भरोसा ही नहीं, तू पक्के संगल मार के लटकिया होया। जे भरोसा हुंदा तां वेख आ जिहड़ी बेड़ दे नाल ही लटकन लग पिया। तो इस वास्ते तू नगुरा है। मैं नगुरे बंदे दे मत्थे भी नहीं लगता। सतगुर बाझों गुर नहीं कोई, नगुरे का है नाऊ बुरा। कहते अच्छा जी गलती हो गई। 36 साल इस तरह तप करन तो बाद जद इल्हाम होया कि गुरु धारण कर, फिर शेख शाह शरफ की सेवा की। 12 साल उन्हों की सेवा करते रहे। जब 12वां साल पूरा होने दे आया, अमृत वेले पानी गर्म करके इशनान कराते सी। मीह पैन लग पिया, बारिश हनेरी वगदियाँ होया, सब अग उग ठंडी हो गई। अमृत वेले अग का प्रबंध न होए, उधरों पानी गर्म करने का टाइम हो गया। कोठे चढ़ के वेख्या कि दीवा जगदा नज़र ही आया। वो सी वेसवा का घर, वह मन चंचल सीगा। 100 जब्बां नाल जद उत्थे पहुँचे, चक्कड़ चुक्कड़ लंघ गए तो वह कहन लगी भी मैं तो तरक नहीं दिंदी, मेरे को आके तो कुछ समा गुजार, मेरे को बैठ, मेरे नाल कोई गल कर। वो सारी रात गाहक उड़ीकदी रही, गाहक कोई आया नहीं। तो फरीद साहब उच्चे लम्मे जवान सोहने सुनखे सी, तो वो लभाईमान हो गई। फरीद कहे भी मैं तो साधु हाँ जी, मेरा तो धर्म नहीं अंदर आउण दा। कहंदी जा फिर अग लै ला जिद को लैनी है, मैं तो नहीं अग दिंदी, मेरी आखे नहीं लगना, फिर मैं अग क्यों दूँगी। सोचा मना भी ये तो काम होना बहुत खराब हो गया। जे मैं दी आखे लग के अंदर जाता तो मेरा धर्म टुटदा। 50 सालों की कमाई मेरी खूह च पैंदी है, तो जे मैं आखे नहीं लगता तो भी मेरा निजम टुटदा है, क्योंकि ये तो बगैर अग किते मिलती ही नहीं। अमृत वेला सारे सुते पे ने, अग किते है ही नहीं। सारे पाकपटन शहर दे विच यही जाग रही है, तो ये कोल ही अग का प्रबंध, दीवा जग रहा। बना हुण मैं की करा। कहते बीबी भैणा भी मेरी गलती माफ़ कर, मैनू अग दे, मैं तो आपदे गुरु का इशनान कराउणा, मैं इत्थे समा ला दिता, इशनान का टाइम लंघ जाऊगा। अमृत वेला सच 9 वडियाई भी 4। उन्हें चंचलताई च बचन किया। उन्होंने की पता सी भी साध कमले हुंदे ने, ये जो मर्जी कुछ कर देंदे ने, पर आपदा धर्म नहीं छड्डदे। भावें इन्हां दी जान कढ लो, पर असली साधु धर्म का त्याग नहीं करते, जान दे देंदे ने। कहंदी तेरी अख बड़ी सोहनी लगती है, आपदी अख मैनूं दे दे। कहंदा लिया भैणा छुरी लिया। उन्हें झटपट छुरी फड़ाती। उन्होंने की पता सी, उन्हें मारी छुरी, खब्बी अख कढ़ के वो हथ की तली ते रख गई। वो इन्नी घबरा गई, वो पैरों हेठों जमीन निकल गई, उन्होंने पता ही ना लग्या कि हुण मैं की करा। उस वक्त घबराई ने अग फड़ाती भी महाराज मैनू माफ़ करो, मेरे को गलती हो गई। कदम सब दीन दुनिया नूं भुल गई। बाबा फरीद साहब ने अख ते पट्टी बन के ते सलोक उचारिया। कहंदे गलीए चिक्कड़ दूर घर, गलियां दे विच चिक्कड़ होया पिया। शेख शाह शरफ का घर डेरा बड़ा दूर है, ते गलीए चिक्कड़ दूर घर नाल प्यारे नेहो। प्यारे शेख शरफ के नाल मेरा बड़ा नेहो प्यार है। 12 सालों का चलां तां भिजे कमली। जे मैं चलदा क्योंकि बारिश पै रही सी, तो बारिश थिम थिम के पै रही सी। झिम झिम वरसै अमृत धारा, मोड़े धारमी नहीं सी पै रहा। उपर काली कंबली लई हुई सी, जिथे बूंद पैंदी उहदे विच समाई जांदे। ते फरीद साहब कहंदे ने अल्लाह बरसो में हो, आकाश दे विचों अल्लाह मींह बरसा रही है। चलां दा भिजे कंबली, राहां दा टुटै नहीं हो। जे मैं चलदा तो मेरी कंबली भिजदी है,
ਜੇ ਮੈਂ ਵੇਸਵਾ ਦੇ ਆਖੇ ਲਾ ਕੇ ਇੱਥੇ ਰਹਿੰਦਾ ਹਾਂ ਤਾਂ ਮੇਰਾ ਆਪਦੇ ਗੁਰੂ ਨਾਲੋਂ ਪ੍ਰੇਮ ਟੁੱਟਦਾ। ਫਿਰ ਕਹਿਣ ਲੱਗੇ ਮਣਾ ਤੂੰ ਤੁਰਿਆ ਰਹੋ, ਕਿਤੇ ਨਾ ਕਿਤੇ ਪਹੁੰਚ ਜਾਏਗਾ। ਫਿਰ ਕੀ ਹੈ, ਆਪਦੀ ਕੰਬਲੀ ਦੀ ਬੁੱਕਲ ਵਿੱਚ ਅੱਗ ਲਗਾ ਲਈ, ਥੋੜ੍ਹਾ ਜਿਹਾ ਉੱਪਰ ਨੂੰ ਹੱਥ ਕਰਕੇ ਕਿ ਅੱਗ ਬੁਝੇ ਨਾ। ਕਹਿੰਦੇ ਭਿੱਜੋ ਸਿੱਜੋ ਕੰਬਲੀ, ਕੰਬਲੀ ਭਾਵੇਂ ਭਿੱਜ ਜਾਏ, ਭਿੱਜ ਕੇ ਸਿੰਜ ਕੇ ਭਾਰੀ ਹੋ ਜਾਏ। ਜਿਸ ਤਰ੍ਹਾਂ ਕੰਬਲ ਦੇ ਵਿੱਚ ਮੀਂਹ ਪੈ ਜਾਏ ਜਾਂ ਪਾਣੀ ਜੀਰ ਕੇ ਉਹ ਭਾਰਾ ਹੋ ਜਾਂਦਾ। ਅੱਲੇ ਵਰਸੋ ਮੇ ਹੋ, ਇਹ ਅਰਦਾਸ ਨਹੀਂ ਕੀਤੀ ਕਿ ਮੀਂਹ ਬੰਦ ਕਰ ਜੇ ਮਹਾਰਾਜ, ਹਨੇਰੀ ਬੰਦ ਹੋ ਜਾਏ। ਕਹਿੰਦੇ ਅੱਲਾ ਤੂੰ ਮੀਂਹ ਵੀ ਭਾਵੇਂ ਪਾਉਂਦਾ ਰਹੋ ਅਤੇ ਪਰ ਮੈਂ ਆਪਦੇ ਨਿਤਨੇਮ ਵਿੱਚ ਪੂਰਾ ਨਿਭ ਜਾਵਾਂ। ਜਾਏ ਮਿਲਾ ਤੇ ਨਾ ਸੱਜਣ, ਆਪਦੇ ਸੱਜਣ ਸ਼ੇਖ ਸ਼ਾਹ ਸ਼ਰਫ ਨਾਲ ਜਾ ਕੇ ਜ਼ਰੂਰ ਮਿਲ ਪਵਾਂ। ਟੁੱਟੋ ਨਾ ਹੀ ਨੇ ਹੋ, ਮੇਰਾ ਕਿਤੇ 12 ਸਾਲਾਂ ਦਾ ਪ੍ਰੇਮ ਟੁੱਟ ਨਾ ਜਾਏ। ਫਿਰ ਜਾ ਕੇ ਪਾਣੀ ਗਰਮ ਕੀਤਾ, ਗਰਮ ਕਰਕੇ ਜਦ ਇਸ਼ਨਾਨ ਕਰਾ ਰਹੇ ਸਨ, ਅੱਖਾਂ ਦੇ ਵਿੱਚੋਂ ਪਾਣੀ ਵਗਦਾ ਹੋਇਆ ਗਰਮ ਤੁਪਕਾ ਉਹਨਾਂ ਦੇ ਸਰੀਰ 'ਤੇ ਡਿੱਗਿਆ। ਜਦ ਤਾਂ ਉਹਨਾਂ ਧਿਆਨ ਮਾਰਿਆ, ਅੱਖਾਂ 'ਤੇ ਪੱਟੀ ਬੰਨੀ ਹੋਈ ਖੱਬੀ ਅੱਖ ਦੇ ਉੱਪਰ। ਕਹਿਣ ਲੱਗੇ ਫਰੀਦ ਰਾਤ ਨੂੰ ਤੇਰੀ ਅੱਖ ਸਹੀ ਸੀਗੀ, ਹੁਣ ਕੀ ਹੋ ਗਿਆ? ਇਹ ਪੱਟੀ ਕਾਹਤੋਂ ਬੰਨੀ ਹੋਈ ਹੈ ਅਤੇ ਅੱਖ 'ਚੋਂ ਪਾਣੀ ਕਿਉਂ ਵਗ ਰਿਹਾ? ਇਹ ਨਹੀਂ ਆਖਿਆ ਕਿ ਅੱਖ ਕੱਢ ਕੇ ਦੇ ਆਇਆ। ਸੋਚਿਆ ਮਨਾ ਜੇ ਇਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਤਾਂ ਇਹਨਾਂ ਦਾ ਮਨ ਖਰਾਬ ਹੋਊਗਾ ਕਿ ਅੱਜ ਸਵੇਰੇ ਸਵੇਰੇ ਵੇਸਵਾ ਦੇ ਮੱਥੇ ਲੱਗੇ, ਉਹਨੂੰ ਮੈਂ ਅੱਖ ਕੱਢ ਕੇ ਦੇ ਆਇਆ। ਇਹ ਦੁਖੀ ਹੋਣਗੇ, ਨਿਤਨੇਮ 'ਚ ਵਿਘਨ ਪਏਗਾ। ਅੰਮ੍ਰਿਤ ਵੇਲਾ ਹੈ। ਸੋਚਿਆ ਝੂਠ ਵੀ ਨਹੀਂ ਬੋਲਣਾ। ਇਹ ਨਹੀਂ ਆਖਿਆ ਅੱਖ ਕੱਢ ਕੇ ਦੇ ਆਇਆ। ਕਹਿੰਦੇ ਅੱਖ ਆਈ ਹੋਈ ਹੈ। ਜਿਹੜੇ ਨਿਹੰਗ ਸਿੰਘ ਨੇ ਇਹ ਉਲਟਾ ਬੋਲਦੇ ਨੇ, ਮਾਈਨਸ ਕਦੀ ਨਹੀਂ ਬੋਲਦੇ ਅਤੇ ਪਲਾਸੀ ਬੋਲਦੇ ਨੇ। ਇਹਨਾਂ ਦੇ ਬੋਲੇ ਵੱਖਰੇ ਨੇ, ਉਹ ਸਾਧੂ ਸੰਤਾਂ ਦੇ ਬੋਲੇ ਅਲੱਗ ਹੁੰਦੇ ਨੇ। ਅੱਖ ਕੱਢ ਕੇ ਦੇ ਆਇਆ, ਇਸ ਤਰ੍ਹਾਂ ਬਚਨ ਨਹੀਂ ਕੀਤਾ। ਕਹਿੰਦੇ ਅੱਖ ਆਈ ਹੋਈ ਹੈ। ਕਹਿੰਦੇ ਦੱਸ ਫਰੀਦਾ ਅੱਖ ਓਨੀ ਆਵੇ ਕਿ ਵੱਡੀ ਆਵੇ? ਸੋਚਿਆ ਕਿ ਮਨਾ ਬਖਸ਼ਿਸ਼ ਹੋ ਰਹੀ ਹੈ। ਕਹਿੰਦੇ ਮਹਾਰਾਜ ਰੱਬ ਦੀ ਦਿੱਤੇ ਦੀ ਬਰਾਬਰੀ ਨਹੀਂ ਕਰਨੀ, ਨਾ ਤਾਂ ਵੱਡੀ ਆਵੇ ਨਾ ਓਡੀ ਆਵੇ, ਰੱਬ ਦੀ ਦਿੱਤੀ ਨਾਲੋਂ ਛੋਟੀ ਆਵੇ। ਕਹਿੰਦੇ ਚੱਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਵਾਹਿਗੁਰੂ ਕਹਿ ਕੇ ਪੱਟੀ ਖੋਲ। ਜਦ ਪੱਟੀ ਖੋਲ੍ਹੀ ਅਤੇ ਅੱਖ ਬਿਲਕੁਲ ਸਹੀ ਸਲਾਮਤ, ਔਰ ਉਹ ਪਹਿਲੀ ਅੱਖ ਦੇ ਨਾਲੋਂ ਛੋਟੀ ਅੱਖ ਸੀਗੀ। ਜਿਸ ਤਰ੍ਹਾਂ ਜਿਨ੍ਹਾਂ ਦੀ ਅੱਖ ਛੋਟੀ ਹੋਈ ਅੱਖ ਬੰਦ ਕਰਕੇ ਦੇਖਦੇ, ਇਉਂ ਫਰੀਦ ਜੀ ਦੀ ਗੱਦੀ ਦੇ ਜਿੰਨੇ ਵੀ ਵਾਰਸ ਆਉਂਦੇ ਰਹੇ ਉਹਨਾਂ ਤੋਂ ਬਾਅਦ ਉਹਨਾਂ ਦੀ ਖੱਬੀ ਅੱਖ ਹਮੇਸ਼ਾ ਛੋਟੀ ਹੁੰਦੀ ਰਹੀ, ਜਿੰਨੇ ਵੀ ਉਹਨਾਂ ਦੀ ਗੱਦੀ ਦੇ ਵਾਰਸ ਆਉਂਦੇ ਰਹੇ। ਐਸੇ ਧਰਮੀ ਮਹਾਂਪੁਰਖਾਂ ਦੀਆਂ ਸਾਖੀਆਂ ਹਨ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਵੀ ਇਹਨਾਂ ਨੂੰ ਹੋਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ, ਨਿਰਗੁਣ ਅਤੇ ਸਰਗੁਣ ਵਿੱਚ ਅਭੇਦਤਾ ਬਖਸ਼ਿਸ਼ ਕੀਤੀ। ਏਡਾ ਵੱਡਾ ਜਿਗਰਾ, ਏਡਾ ਵੱਡਾ ਹੌਸਲਾ ਧੰਨ ਬਾਬਾ ਫਰੀਦ ਸਾਹਿਬ ਜੀ ਵਰਗਾ ਗੁਰੂ ਦੇ ਸਿੱਖ ਦੇ ਮਨ ਦੇ ਵਿੱਚ ਹੋਵੇ ਤਾਂ ਪ੍ਰਭੂ ਦੀ ਪ੍ਰਾਪਤੀ, ਉਹਦੇ ਦਰਸ਼ਨ ਹੁੰਦੇ ਹਨ। ਆਪਾਂ 2 ਦਿਨ ਗੁਰਦੁਆਰੇ ਆਈਏ, ਤੀਸਰੇ ਦਿਨ ਸਾਡੀ ਅਰਦਾਸ ਮਹਾਰਾਜ ਨਾ ਸੁਣੇ, ਸਾਡਾ ਮਨ ਟੁੱਟ ਜਾਂਦਾ, ਆਪਾਂ ਘਬਰਾ ਜਾਂਦੇ ਹਾਂ, ਕਈ ਵਾਰ ਬੇਮੁਖ ਹੋ ਜਾਈਦਾ ਹੈ। ਪਾਤਸ਼ਾਹ ਜੀ ਦਾ ਬਚਨ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋਂ ਬਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਮੈਂ ਦੇਖ ਰਿਹਾ ਸੀ ਦੀਨਾ ਨਗਰ ਦੇ ਕਿਸੇ ਗੁਰਦੁਆਰੇ ਦੇ ਗ੍ਰੰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਅਤੇ ਨਾ ਕਿਹਦਾ ਲਿਆ? ਪ੍ਰਧਾਨ ਦਾ, ਗੁਰਦੁਆਰਾ ਪ੍ਰਧਾਨ ਦਾ। ਜੇ ਕੋਈ ਬੰਦਾ ਪੁੱਛੇ ਉਹ ਕਮਲਿਆ ਤੇਰੇ ਕੰਨ 'ਤੇ ਮੈਂ ਮਾਰਾਂ। ਆਹ ਜਿਹੜਾ ਅੰਮ੍ਰਿਤ ਹੈ ਇਹ ਕਿਸੇ ਪ੍ਰਧਾਨ ਦਾ ਹੈ ਜਿਹੜਾ ਤੂੰ ਗਾਤਰਾ ਪਾਇਆ? ਆਹ ਬਾਣੀ ਕਿਸੇ ਪ੍ਰਧਾਨ ਦੀ ਹੈ? ਕਿਸੇ ਦੇ ਸਿਰ ਚੜ੍ਹ ਕੇ ਖੁਦਕੁਸ਼ੀ ਕਰਨੀ ਕਿੱਡੀ ਵੱਡੀ ਮੂਰਖਤਾ। ਫਿਰ ਗ੍ਰੰਥੀ ਸਿੰਘ ਜਿਹੜੇ ਦੂਜਿਆਂ ਨੂੰ ਉਪਦੇਸ਼ ਦੇਣ, ਫਿਰ ਕੀ ਹੋ ਗਿਆ? ਜੇ ਕੋਈ ਬਚਨ ਸੋ ਸਖਤੀ ਨਾਲ ਹੋ ਗਿਆ ਜਾਂ ਕੋਈ ਮਦਦ ਨਹੀਂ ਕਰ ਰਿਹਾ, ਬਾਣੀ ਤਾਂ ਕਹਿੰਦੀ ਹੈ ਵੀ ਤੁਸੀਂ ਭਰੋਸਾ ਰੱਖੋ। ਫਰੀਦ ਸਾਹਿਬ ਦੀ ਵੇਖੋ ਕਿੱਡੀ ਔਖੀ ਜ਼ਿੰਦਗੀ ਸੀਗੀ, ਕਿੰਨਾ ਉਹਨਾਂ ਸਖਤੀ ਦੇ ਨਾਲ ਆਪਦੇ ਮਨ ਨੂੰ ਸਮਝਾ ਕੇ ਰੱਖਿਆ।
ਮਨ ਸਮਝਾਵਣ ਕਾਰਨੇ ਕਛੁਕ ਪੜ੍ਹੀਐ ਗਿਆਨ। ਗਿਆਨ ਦਾ ਮਨ ਨੂੰ ਸਮਝਾਉਣ ਲਈ ਪੜ੍ਹੀਦਾ ਹੈ। ਅਤੇ ਜੇ ਪੜ੍ਹਨ ਵਾਲਾ ਹੀ ਇਸ ਤਰ੍ਹਾਂ ਹੋਵੇ ਤਾਂ ਇਹਦੇ ਨਾਲੋਂ ਦੁਨੀਆ 'ਚ ਵੱਡਾ ਕੋਈ ਮੂਰਖ ਹੋਰ ਨਹੀਂ ਹੋਵੇਗਾ। ਆਪਦੀ ਜਾਨ ਹੀ ਫਾਹਾ ਲੈ ਕੇ ਉਹ ਪੱਖੇ ਵਾਲੀ ਹੁੱਕ ਦੇ ਨਾਲ ਨਿਆਣੇ ਵਿਚਾਰੇ ਵਿਰਲਾਪ ਕਰ ਰਹੇ ਨੇ। ਬਹੁਤ ਬੁਰੀ ਬਾਤ ਹੈ। ਇਹ ਅੰਮ੍ਰਿਤ ਕਲਗੀਧਰ ਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਕਿੰਨੀ ਵਡਿਆਈ ਬਖਸ਼ੀ ਹੈ। ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਕਿਸੇ ਨਾਲ ਲੜ ਕੇ, ਕਿਸੇ ਨਾਲ ਝਗੜ ਕੇ, ਕਿਸੇ 'ਤੇ ਗੁੱਸੇ ਹੋ ਕੇ ਅਤੇ ਆਪ ਦਾ ਸਰੀਰ ਹੀ ਤਿਆਗ ਦੇਣਾ, ਸਿੱਖੀ ਨੂੰ ਛੱਡ ਦੇਣਾ। ਇੱਕ ਗਾਉਣ ਵਾਲੇ ਨੇ, ਬੰਦਾ ਪੁੱਛੇ ਵੀ ਤੈਨੂੰ ਅੰਮ੍ਰਿਤ ਉਹ ਆਪਦੀ ਮਰਜ਼ੀ ਨਾਲ ਛਕਿਆ, ਕਿਸੇ ਜ਼ਬਰਦਸਤੀ ਥੋੜ੍ਹਾ ਛਕਾਇਆ। ਅਤੇ ਉਹਨੇ ਇੱਕ ਕਾਰ ਲਾ ਕੇ ਮਹਾਰਾਜ ਦੇ ਅੱਗੇ ਰੱਖ ਦਿੱਤੇ ਵੀ ਮੈਂ ਤਾਂ ਸਿੱਖੀ ਛੱਡੀ। ਪਤਾ ਨਹੀਂ ਕਿਉਂ ਗੁੱਸੇ ਹੋ ਗਿਆ। ਕਿਸੇ ਬੰਦੇ 'ਤੇ ਗੁੱਸੇ ਹੋ ਕੇ ਸਿੱਖੀ ਥੋੜ੍ਹੋ ਤਿਆਗੀ ਦੀ ਹੈ। ਬਾਣੀ ਹੈ ਧੁਰ ਕੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਜਿਹਦਾ ਸਿਰ ਉੱਪਰ ਸਾਰਿਆਂ ਦੇ ਹੱਥ ਹੈ। ਅਤੇ ਅੰਮ੍ਰਿਤ ਹੈ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਤਾਂ ਇਸ ਲਈ ਇੰਨੀ ਛੇਤੀ ਘਬਰਾ ਕੇ ਸਿੱਖਾਂ ਦੇ ਉੱਪਰ ਕਿੰਨੀਆਂ ਔਖੀਆਂ ਘੜੀਆਂ ਆਈਆਂ ਪ੍ਰੀਖਿਆ ਦੀਆਂ। ਭਾਈ ਸ਼ਬੇਕ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਨ੍ਹਾਂ ਚਰਖੜੀ 'ਤੇ ਚੜ੍ਹ ਕੇ ਆਪ ਦੇ ਆਪ ਨੂੰ ਤੁੰਬਾ ਤੁੰਬਾ ਕਰਕੇ ਉਡਾ ਦਿੱਤਾ, ਪਰ ਸਿਦਕ ਨਹੀਂ ਤਿਆਗਿਆ। ਕਿੰਨੇ ਸਿਦਕੀ ਸਿੱਖ ਗੁਰੂ ਘਰ ਦੇ ਵਿੱਚ ਪੈਦਾ ਹੋਏ, ਜਿਨ੍ਹਾਂ ਸੇਵਾਵਾਂ ਨਿਭਾਈਆਂ। ਅਸੀਂ ਛੋਟੀ ਜਿਹੀ ਗੱਲ ਤੋਂ ਘਬਰਾ ਜਾਂਦੇ ਹਾਂ। ਮਹਾਰਾਜ ਕਹਿੰਦੇ ਮਨ 'ਚ ਚਾਅ ਹੋਣਾ ਚਾਹੀਦਾ, ਉਤਸ਼ਾਹ ਹੋਣਾ ਚਾਹੀਦਾ ਹੈ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ। ਜਦੋਂ ਮੈਂ ਗੁਰੂ ਉਪਦੇਸ਼ ਦੁਆਰਾ ਪਰਮੇਸ਼ਰ ਦਾ ਆਉਣਾ ਸੁਣਿਆ, ਪ੍ਰਗਟ ਹੋਣਾ ਸੁਣਿਆ, ਇਹ ਸੁਣਿਆ ਕਿ ਇਸ ਮਨੁੱਖਾ ਜਨਮ ਦੇ 'ਚ ਹੀ ਪਰਮੇਸ਼ਰ ਪ੍ਰਾਪਤ ਹੁੰਦਾ ਹੈ, ਤਾਂ ਮਨ ਵਿੱਚ ਹਿਰਦੇ ਵਿੱਚ ਉਤਸ਼ਾਹ ਹੋ ਗਿਆ। ਅੰਮ੍ਰਿਤ ਛਕ ਲਿਆ, ਬਾਣੀ ਦਾ ਨਿਤਨੇਮ ਕਰਨ ਲੱਗ ਪਏ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗ ਪਏ। ਇੱਕ ਦੂਜੇ ਤੋਂ ਸੁਣ ਕੇ ਹੀ ਸੰਗਤ ਵਿੱਚੋਂ ਹੀ ਲਾਗ ਲੱਗਦੀ ਹੈ। ਇਹ ਬਿਧ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਜਦ ਧੰਨੇ ਨੇ ਸੁਣਿਆ ਕਿ ਕਬੀਰ ਜੀ ਨੂੰ, ਰਵਿਦਾਸ ਜੀ ਨੂੰ, ਇਹਨਾਂ ਭਗਤਾਂ ਨੂੰ ਦਰਸ਼ਨ ਹੋਏ ਨੇ ਅਤੇ ਮੈਂ ਵੀ ਭਗਤੀ ਕਰਾਂ, ਉਹ ਵੀ ਉੱਠ ਕੇ ਭਗਤੀ ਨਾਲ ਲੱਗ ਪਏ, ਤਾਂ ਉਹਨਾਂ ਨੂੰ ਵੀ ਮਹਾਰਾਜ ਦੀ ਪ੍ਰਾਪਤੀ ਹੋ ਗਈ। ਇਉਂ ਸੰਗਤ ਵਿੱਚੋਂ ਮਨ ਵਿੱਚ ਉਤਸ਼ਾਹ ਲੈਣ ਆਈਦਾ ਹੈ। ਕਥਾ ਕੀਰਤਨ ਤਾਂ ਘਰ ਬੈਠੇ ਵੀ ਸੁਣ ਸਕਦੇ ਆ, ਪਰ ਇੱਕ ਦੂਜੇ ਵੱਲ ਵੇਖ ਕੇ, ਇੱਕ ਦੂਜੇ ਦੀ ਗੱਲ ਸੁਣ ਕੇ, ਇੱਕ ਦੂਜੇ ਨਾਲ ਮਿਲ ਕੇ, ਆਹ ਹੋਲੇ ਮਹੱਲੇ ਆਦਿਕ ਜੋੜ ਮੇਲੇ ਤਾਂ ਹੀ ਬਣਾਏ ਗਏ ਸਨ ਕਿ ਆਪ ਦੀ ਤਰੱਕੀ ਦਾ ਵਚਨ ਇੱਕ ਦੂਜੇ ਨਾਲ ਸਾਂਝਾ ਕੀਤਾ ਜਾਏ। ਤੇਰਾ ਕਿੰਨਾ ਨਿਤਨੇਮ ਹੈ ਅਤੇ ਕੀ ਤੈਨੂੰ ਮਹਾਰਾਜ ਮਿਲਿਆ ਜਾਂ ਨਹੀਂ ਮਿਲਿਆ, ਕਿੱਥੋਂ ਤੱਕ ਤੇਰੀ ਤਰੱਕੀ ਹੋਈ ਹੈ। ਇਉਂ ਇੱਕ ਦੂਜੇ ਨਾਲ ਗੁਣਾਂ ਦੀ ਸਾਂਝ ਪਾ ਕੇ ਮਨ ਵਿੱਚ ਉਤਸ਼ਾਹ ਹੁੰਦਾ। ਸਾਂਝ ਕਰੀਜੈ ਗੁਣੇ ਕੇਰੀ, ਛੋੜ ਅਵਗਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ, ਆਪਨੜਾ ਫਿਰ ਮਲੀਐ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਬਾਸੁਲਾ, ਕੱਢ ਵਾਸ ਲਈ ਜੈ। ਹਰ ਮੰਗਲ ਗਾਉ ਸਖੀ। ਇਹ ਮਹਾਤਮਾ ਰੂਪ ਸਖੀ ਸਹੇਲੀ ਹਰੀ ਪਰਮੇਸ਼ਰ ਦੇ ਜਸ ਮੰਗਲਾਚਾਰ ਦੇ ਤਾਈਂ ਗਾਉਣਾ ਕਰ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਗ੍ਰਹਿ ਮੰਦਰ ਬਣਿਆ। ਕਿਉਂਕਿ 84 ਲੱਖ ਜੂਨਾਂ ਰੂਪੀ ਘਰਾਂ ਵਿੱਚੋਂ ਇਹ ਮਨੁੱਖਾ ਸਰੀਰ ਪਰਮੇਸ਼ਰ ਦੀ ਪ੍ਰਾਪਤੀ ਲਈ ਮੰਦਰ ਬਣਿਆ ਹੋਇਆ ਹੈ। ਹਰ ਮੰਦਰ ਇਹੋ ਸਰੀਰ ਹੈ। ਇਹ ਹਰੀ ਦੇ ਰਹਿਣ ਦਾ ਮੰਦਰ ਹੈ ਸਰੀਰ। ਇਸੇ ਪ੍ਰਕਾਰ ਹਰ ਮੰਗਲ ਗਾਉ ਸਖੀ। ਇਹ ਸਖੀ ਹਿਰਦੇ ਰੂਪੀ ਘਰ ਦੇ ਅੰਦਰ ਹੈ। ਪ੍ਰਗਟ ਹੋਣ ਦੇ ਉਤਸ਼ਾਹ ਵਿੱਚ ਮੇਰੇ ਪਿਆਰੇ ਹਰੀ ਲਈ ਜਿਉਂ ਆਇਆਂ ਦਾ ਸੋਹਿਲਾ ਗਾਉਣਾ ਕਰੋ। ਜਿਸ ਤਰ੍ਹਾਂ ਵਿਆਹ ਦੇ ਵਕਤ ਬੀਬੀਆਂ ਗਾਉਣ ਵਜਾਉਣ ਕਰਦੀਆਂ ਨੇ, ਇਸ ਤਰ੍ਹਾਂ ਗਾਉਣ ਵਜਾਉਣ ਕਰੋ। ਭਾਵ ਵਾਹਿਗੁਰੂ ਜੀ ਦੇ ਸ਼ਬਦਾਂ ਦੇ ਕੀਰਤਨ ਨੂੰ ਗਾਓ। ਜਿਵੇਂ ਸੱਚਖੰਡ ਹਜ਼ੂਰ ਸਾਹਿਬ ਵਿਖੇ ਕਿਤੇ ਆਪ ਨੇ ਦਰਸ਼ਨ ਕੀਤੇ ਹੋਣ, ਸ਼ਾਮਾਂ ਦੇ ਦਰਸ਼ਨ ਬੜੇ ਅਲੌਕਿਕ ਹੁੰਦੇ। ਦੱਖਣੀਏ ਉੱਥੇ ਸਾਜ਼ਾਂ ਵਾਲੇ ਵੀ ਹੇਠਾਂ ਬੈਠੇ ਸਾਜ਼ ਵਜਾਉਂਦੇ ਹੁੰਦੇ, ਉੱਪਰ ਵੀ ਨਗਾਰੇ ਖੜਕਦੇ।
ਅਰ ਇੰਨਾ ਉਤਸ਼ਾਹ ਵੇਖਣ ਨੂੰ ਮਿਲਦਾ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਿਤੇ ਵਿਆਹ ਹੀ ਰੱਖਿਆ ਹੋਵੇ। ਸੱਚਖੰਡ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਦੇ ਦਰਸ਼ਨ ਕਿਤੇ ਆਪ ਕਰਿਓ। ਪਾਲਕੀ ਸਾਹਿਬ ਜਦੋਂ ਆਉਂਦੀ ਹੈ ਕਿੰਨਾ ਵੇਖੋ ਉਤਸ਼ਾਹ ਹੁੰਦਾ ਹੈ, ਚਾਅ ਚੜ੍ਹਿਆ ਹੁੰਦਾ। ਵਿਆਹ ਵਾਲੇ ਘਰ 'ਤੇ ਇੰਨਾ ਚਾਅ ਹੁੰਦਾ ਹੀ ਨਹੀਂ। ਤੋ ਸਭ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਜਪਦੀਆਂ, ਸ਼ਬਦ ਕੀਰਤਨ ਕਰਦੀਆਂ, ਸੁਣਦੀਆਂ ਗੁਰੂ ਸਾਹਿਬ ਦੇ ਪਾਲਕੀ ਸਾਹਿਬ ਦੀ। ਸੋ ਹਾਜ਼ਰੀ ਭਰਦੀਆਂ, ਮੋਢਾ ਲਾਉਂਦੀਆਂ। ਅੰਮ੍ਰਿਤ ਵੇਲੇ ਤੋਂ ਹੀ ਕੀਰਤਨ ਪ੍ਰਾਰੰਭ ਹੋ ਜਾਂਦਾ ਉਤਸ਼ਾਹ ਦੇ ਸਹਿਤ। ਇਉਂ ਮਹਾਰਾਜ ਦੇ ਘਰ ਨਾਨਕ ਭਗਤਾ ਸਦਾ ਵਿਗਾਸ, ਸੁਨੇ ਦੁੱਖ ਪਾਪ ਕਾ ਨਾਸ, ਖੇੜਾ ਹੀ ਖੇੜਾ, ਖੁਸ਼ੀਆਂ ਖੁਸ਼ੀਆਂ ਨੇ। ਕਿਉਂਕਿ ਮੇਰਾ ਹਿਰਦਾ ਰੂਪੀ ਘਰ ਅੱਜ ਪਿਆਰੇ ਪ੍ਰਭੂ ਪਰਮਾਤਮਾ ਦੇ ਰਹਿਣ ਲਈ ਗ੍ਰਹਿ ਮੰਦਰ ਬਣਿਆ। ਇਹ ਯੋਗ ਮੰਦਰ ਬਣ ਗਿਆ ਹੈ। ਮਤਲਬ ਜਿਹੜਾ ਬਾਣੀ ਦਾ ਨਿਤਨੇਮ ਹੈ, ਬਾਣੀ ਦਾ ਕੀਰਤਨ ਹੈ, ਸਾਧ ਸੰਗਤ ਸਾਡੇ ਸਰੀਰ ਨੂੰ ਤਿਆਰ ਕਰ ਦਿੰਦੀ ਹੈ ਮਹਾਰਾਜ ਦੇ ਆਉਣ ਵਾਸਤੇ, ਗੁਣਾ ਭਰਪੂਰ ਕਰ ਦਿੰਦੀ ਹੈ, ਜਿਹਦੇ ਵਿੱਚ ਵਾਹਿਗੁਰੂ ਜੀ ਪ੍ਰਗਟ ਹੋਣ। ਹਰ ਗਾਉ ਮੰਗਲ ਨਿਤ ਸਖੀਏ। ਇਹ ਸਖੀਏ ਸਹੇਲੀਏ, ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਮੰਗਲ ਜਸ ਦੇ ਤਾਈਂ ਨਿਤਾ ਪ੍ਰਤੀ ਗਾਉਣਾ ਕਰੋ। ਰੋਟੀ ਰੋਜ਼ ਖਾਂਦੇ ਆ, 3-3 ਟਾਈਮ ਖਾਂਦੇ ਆ। ਛੁੱਟੀ ਵਾਲੇ ਦਿਨ ਦਾ ਸਾਰੀ ਦਿਹਾੜੀ ਕਦੀ ਆ ਵੀ ਖਾ ਲਓ, ਆ ਵੀ ਖਾ ਲਓ। ਫਿਰ ਨਿਤਨੇਮ ਦੀ ਛੁੱਟੀ ਕਿਉਂ ਭਾਈ? ਇਹ ਵੀ 2-3 ਟਾਈਮ ਸਾਨੂੰ ਕਰਨਾ ਚਾਹੀਦਾ। ਛੁੱਟੀ ਵਾਲੇ ਦਿਨ ਵਿਸ਼ੇਸ਼ ਨਿਤਨੇਮ ਹੋਣਾ ਚਾਹੀਦਾ। ਤੋ ਪੜ੍ਹੇ ਲਿਖੇ ਲੋਕ ਜੇ ਨੌਕਰੀ 'ਤੇ ਨਹੀਂ ਜਾਣਾ, ਸੁੱਤੇ ਨਹੀਂ ਉੱਠਦੇ ਮੇਰੇ ਵਰਗੇ। ਪੜ੍ਹ ਜੂਗੇ ਆਪਾਂ। ਅਨਪੜ੍ਹ ਜੱਟ ਪੁਰਾਣੇ ਜਿਹੜੇ ਪੁਰਾਤਨ ਗੁਰਸਿੱਖ ਭੋਲੇ ਪਾਲੇ ਅੰਮ੍ਰਿਤ ਵੇਲੇ ਹੀ ਉੱਠ ਕੇ, ਜਿਹੜੇ ਕੰਮ ਵਾਲੇ ਸੀ ਰੇੜੇ ਘੋੜੇ ਵਾਲੇ, ਉਹਨਾਂ 2 ਵਜੇ ਉੱਠ ਕੇ ਆਪਦੀਆਂ ਇੱਟਾਂ ਢੋਣ ਲੱਗ ਪੈਣਾ। ਅਤੇ ਜ਼ਿਮੀਂਦਾਰਾਂ ਨੇ ਆਪਦੇ ਹਾੜਾਂ ਨੂੰ ਜੋਤ ਲੈਣਾ ਅਤੇ ਅੰਮ੍ਰਿਤ ਵੇਲੇ ਹੀ ਸਾਰੇ ਕੰਮ ਨਿਬੇੜ ਲੈਣੇ। ਅਤੇ ਅੱਜ ਕੱਲ੍ਹ ਆਪਾਂ ਸੁੱਤੇ ਨਹੀਂ ਉੱਠਦੇ। ਮਹਾਰਾਜ ਕਿਰਪਾ ਕਰੇ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਭਾਈ ਨਿਤਾ ਪ੍ਰਤੀ ਛੁੱਟੀ ਵਾਲੇ ਦਿਨ ਸਵਖਤੇ ਉੱਠੋ ਅਤੇ ਹਰ ਰੋਜ਼ ਡੇਲੀ ਨਿਯਮ ਦੇ ਨਾਲ ਮਹਾਰਾਜ ਦੇ ਗੁਣ ਗਾਉਣਾ ਕਰੋ। ਭਾਵੇਂ 1 ਵਾਰ ਹੀ ਵਾਹਿਗੁਰੂ ਆਖੋ, ਭਾਵੇਂ 5 ਵਾਰੀ ਮੂਲ ਮੰਤਰ ਦਾ ਪਾਠ ਪੜ੍ਹੋ। ਭੋਗ ਤੋਂ ਬਾਅਦ ਤਾਈਓ 5-5 ਵਾਰ ਦ੍ਰਿੜ ਕਰਵਾਇਆ ਜਾਂਦਾ ਕਿ ਸਾਨੂੰ ਚੇਤਾ ਆਏ ਕਿ ਆਪਾਂ ਗੁਰਦੁਆਰੇ ਆਏ ਹਾਂ। ਗੁਰਦੁਆਰੇ ਆ ਕੇ 1 ਵਾਰ ਵੀ ਵਾਹਿਗੁਰੂ ਨਹੀਂ ਆਖਿਆ, ਘੱਟ ਤੋਂ ਘੱਟ 5 ਵਾਰ ਤਾਂ ਆਖ ਕੇ ਜਾਈਏ ਭਾਈ। 2 ਮਿੰਟ ਬੈਠ ਕੇ ਜਾਈਏ, ਹਾਜ਼ਰੀ ਲੱਗ ਜਾਏ। ਹਾਜ਼ਰੀ ਤਾਂ ਬਾਣੀ ਦੀ ਹੋਈ ਹੈ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਨਿੱਤ ਉਹਦੇ ਸੋਹਿਲੇ ਨੂੰ, ਉਹਦੇ ਜਸ ਦੇ ਤਾਈਂ ਗਾਉਣਾ ਕਰੋ। ਗਾਉਣ ਦਾ ਤਰੀਕਾ ਗੁਰਬਾਣੀ ਦਾ ਪਾਠ ਨਿਤਨੇਮ ਇਹ ਵੀ ਗਾਉਣਾ ਹੈ। ਸਾਜ਼ਾਂ ਨਾਲ ਆਉਂਦਾ ਹੈ ਤਾਂ ਨਾਲ ਨਾਲ ਰਾਗੀਆਂ ਦੇ। ਸੋ ਹੌਲੀ ਹੌਲੀ ਜਿਹੜਾ ਆਪ ਨੂੰ ਆਨੰਦ ਆਏ ਉਹ ਸੁਣ ਕੇ ਨਾਲ ਨਾਲ ਬੋਲੇ। ਇੰਝ ਮਹਾਰਾਜ ਦੀ ਬਾਣੀ ਨੂੰ ਪੜ੍ਹਨਾ ਸੁਣਨਾ ਇਹ ਗਾਉਣਾ ਹੈ, ਕਿਉਂਕਿ ਇਹਦੇ 'ਚ ਵਾਹਿਗੁਰੂ ਦੇ ਮੰਗਲ ਹੀ ਲਿਖੇ ਹੋਏ ਹਨ। ਸੋਖ ਦੁੱਖ ਨਾ ਵਿਆਪਾਏ। ਆਪਾਂ ਦੁਖੀ ਕਿਉਂ ਹੁੰਦੇ ਆ? ਆਪਾਂ ਚਿੰਤਾਤੁਰ ਕਿਉਂ ਹੁੰਦੇ ਆ? ਸੋਗੀ ਕਿਉਂ ਹੁੰਦੇ ਆ? ਕਿਉਂਕਿ ਬਾਣੀ ਨਾ ਪੜ੍ਹਦੇ ਆ ਨਾ ਸੁਣਦੇ ਆ। ਧਨਾਸਰੀ ਮਹੱਲਾ ਪਹਿਲਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਰਲਾਏ। ਜਿਹਦੇ ਮਨ ਦੇ ਵਿੱਚੋਂ ਗੁਰਬਾਣੀ ਭੁੱਲ ਜਾਂਦੀ ਹੈ ਉਹ ਪੱਕਾ ਰੋਗੀ ਜਿਉਂ ਕੋੜੀ ਤਰ੍ਹਾਂ ਮਿਲਾਪ ਕਰਦਾ ਹੈ। ਸੋ ਸੋਗੀ ਹੁੰਦਾ ਹੈ। ਭੋਗੰਗ ਦਾ ਰੋਗੰ ਅਤੇ ਹਰਖੰਗ ਦਾ ਸੋਗੰਗ। ਇਉਂ ਜੇ ਖੁਸ਼ ਹੈ ਅਤੇ ਫਿਰ ਅਫਸੋਸ ਵੀ ਹੈ ਪਦਾਰਥਾਂ ਦੇ ਵਿੱਚ। ਜਿੰਨਾ ਖੁਸ਼ ਹੋਇਆ ਅਤੇ ਉਹਨਾਂ ਰੋਗੀ ਹੋ ਗਿਆ, ਰੋਗੀ ਹੋਣ ਦੇ ਨਾਲ ਸੋਗੀ ਹੋ ਗਿਆ। ਇਉਂ ਪਦਾਰਥਾਂ ਦੇ ਆਉਣ ਤੋਂ ਜੇ ਖੁਸ਼ ਹੈ ਅਤੇ ਵਿਛੜਨੇ ਕਰਕੇ ਗਮ ਅਤੇ ਮਰਨੇ ਦਾ ਦੁੱਖ ਇਹ ਇਨਸਾਨ ਨੂੰ ਲੱਗਾ ਰਹਿੰਦਾ। ਜੇ ਤੂੰ ਮਹਾਰਾਜ ਦੇ ਗੁਣਾਂ ਨੂੰ ਗਾਏਂਗਾ, ਮੰਗਲਾਂ ਦੇ ਤਾਈਂ ਜਸ ਦੇ ਤਾਈਂ ਗਾਏਂਗਾ, ਫਿਰ ਤੈਨੂੰ ਸੋਗ ਅਤੇ ਰੋਗ ਅਤੇ ਦੁੱਖ ਨਹੀਂ ਲੱਗਣਗੇ। ਗੁਰ ਚਰਨ ਲਾਗੇ ਦਿਨ ਸੁਭਾਗੇ। ਜਦ ਜੀਵਨ ਦੇ ਸੁਭਾਗੇ ਸ੍ਰੇਸ਼ਟ ਭਾਗਾਂ ਵਾਲੇ ਦਿਨ ਆ ਗਏ, ਜਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਸ੍ਰੇਸ਼ਟ ਦਿਨ ਆ ਗਏ, ਤਦ ਸਤਿਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲੱਗੇ
ਅਤੇ ਆਪਣਾ ਫਿਰ ਜਾਪਾਏ। ਆਪ ਦਾ ਪਤੀ ਪਰਮੇਸ਼ਰ ਜਾਣ ਲਿਆ ਜਾਂ ਆਪਣਾ ਪਤੀ ਪਰਮੇਸ਼ਰ ਹਿਰਦੇ ਵਿੱਚ ਪ੍ਰਗਟ ਹੋ ਗਿਆ। ਇਸੇ ਪ੍ਰਕਾਰ ਗੁਰ ਚਰਨ ਲਾਗੇ ਦਿਨ ਸੁਭਾਗੇ। ਜਿਨ੍ਹਾਂ ਦੇ ਸ੍ਰੇਸ਼ਟ ਭਾਗਾਂ ਵਾਲੇ ਦਿਨ ਆਏ ਨੇ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਲੱਗ ਗਏ ਹਨ। ਆਪਣਾ ਫਿਰ ਜਾਪਾਏ। ਅਰੁਨਿਤਾ ਪ੍ਰਤੀ ਜੀਵਨ ਮੁਕਤੀ ਦੇ ਵਾਸਤੇ ਆਪਣਾ ਜਾਣ ਕੇ ਹਰੀ ਪ੍ਰਭੂ ਦੇ ਜਾਪ ਤਾਈਂ ਜਪਦੇ ਹਨ। ਅਨਹਤ ਬਾਣੀ ਗੁਰ ਸ਼ਬਦ ਜਾਣੀ। ਬ੍ਰਹਮ ਸਰੂਪ ਦੀ ਸਖਿਆਤਤਾ ਕਰਾਉਣ ਵਾਲੀ ਨਾਸ਼ ਤੋਂ ਰਹਿਤ ਬਾਣੀ ਗੁਰੂ ਉਪਦੇਸ਼ ਦੁਆਰਾ ਜਾਣੀ ਹੈ। ਜਾਂ ਇਸੇ ਪ੍ਰਕਾਰ ਅਨਹਤ ਬਾਣੀ ਗੁਰ ਸ਼ਬਦ ਜਾਣੀ। ਪਰਮੇਸ਼ਰ ਦੀ ਇੱਕ ਰਸ ਬਨਾਵਟ ਹੈ, ਉਸ ਨੂੰ ਗੁਰੂ ਉਪਦੇਸ਼ ਦੁਆਰਾ ਜਾਣਿਆ ਜਾਂ ਉਹਦੀ ਜੋਤ ਜਾਣੀ ਹੈ ਜਾਂ ਗੁਰੂ ਉਪਦੇਸ਼ ਦੁਆਰਾ ਇੱਕ ਰਸ ਨਾਮ ਬਾਣੀ ਜਾਣੀ ਹੈ। ਹਰ ਨਾਮ ਹਰ ਰਸ ਭੋਗੋ। ਜੋ ਹਰੀ ਪਰਮੇਸ਼ਰ ਦਾ ਨਾਮ ਜਪਣਾ ਇਹੀ ਹਰੀ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਭੋਗਣਾ ਕੀਤਾ ਜਾਂ ਪ੍ਰਭੂ ਦੁਆਰਾ ਹਰੀ ਰਸ ਭਾਵ ਆਤਮਿਕ ਰਸ ਨੂੰ ਭੋਗਣਾ ਕੀਤਾ ਨਾਮ ਦੇ ਦੁਆਰਾ। ਕਹਿ ਨਾਨਕ ਪ੍ਰਭ ਆਪ ਮਿਲਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਪਰਮੇਸ਼ਰ ਆਪ ਸਾਖਿਆਤ ਹੋ ਕੇ ਮਿਲ ਪਿਆ ਹੈ। ਕਾ ਕਰਨ ਕਾਰਨ ਜੋਗੋ। ਜੋ ਸਾਰੇ ਕਾਰਜਾਂ ਦੇ ਕਰਨ ਯੋਗ ਲਾਇਕ ਹੈ, ਸਮਰੱਥ ਹੈ। ਜਾਂ ਜੋ ਪਰਮੇਸ਼ਰ ਬ੍ਰਹਮਾ ਆਦਿਕਾਂ ਦਾ ਵੀ ਕਾਰਨ ਰੂਪ ਹੈ, ਉਸ ਪਰਮੇਸ਼ਰ ਨਾਲ ਜੋੜ ਮਿਲਾਪ ਹੋ ਜਾਂਦਾ ਹੈ। ਏ ਸਰੀਰਾ ਮੇਰਿਆ। ਕੱਲ ਵੀ ਮਹਾਰਾਜ ਨੇ ਐਸਾ ਹੀ ਉਪਦੇਸ਼ ਸਰੀਰ ਦਾ ਸੰਬੋਧਨ ਕਰਕੇ ਦਿੱਤਾ ਸੀ। ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ। ਤੋ ਹੁਣ ਵੀ ਸਰੀਰ ਦਾ ਸੰਬੋਧਨ ਕਰਕੇ ਸਰੀਰ ਨੂੰ ਉਪਦੇਸ਼ ਦੇ ਰਹੇ ਕਿ ਹੇ ਮੇਰਿਆ ਸਰੀਰਾ, ਯਾਨੀ ਕਿਸੇ ਦਾ ਨਾਂ ਲੈ ਕੇ ਉਹਨੂੰ ਸਮਝਾਓ ਤੇ ਅਗਲਾ ਗੁੱਸਾ ਕਰਦਾ ਵੀ ਸਾਰਿਆਂ 'ਚ ਮੇਰੀ ਬੇਇੱਜ਼ਤੀ ਕਰ ਰਿਹਾ। ਆਪਦੀ ਗਲਤੀ ਆਪਾਂ ਨਹੀਂ ਸੁਣਦੇ ਸਾਰਿਆਂ ਵਿੱਚ। ਤੋ ਮਹਾਰਾਜ ਸੋਚਦੇ ਵੀ ਗੁੱਸਾ ਕੋਈ ਕਰੇ ਨਾ, ਆਪਾਂ ਆਪ ਨੂੰ ਹੀ ਸਮਝਾਉਂਦੇ ਹਾਂ। ਤੋ ਕਹਿਣਾ ਨੂੰਹ ਨੂੰ, ਧੀ ਨੂੰ ਅਤੇ ਸਮਝਾਉਣਾ ਨੂੰਹ ਨੂੰ, ਇਹ ਉੱਤਮ ਭਗਤੀ ਦੀ ਬਾਤ ਹੈ ਕਿ ਕੋਈ ਨਾਰਾਜ਼ ਨਾ ਹੋਏ, ਗੁੱਸਾ ਨਾ ਕਰੇ। ਉਪਦੇਸ਼ ਦੇਣਾ ਅਗਲੇ ਦੇ ਭਲੇ ਲਈ, ਆਪਣਾ ਜਾਣ ਕੇ ਕਿ ਉਹਦਾ ਜੀਵਨ ਸੁਧਰ ਜਾਏ। ਇਉਂ ਗੁਰੂ ਸਾਹਿਬ ਆਪ ਦੇ ਸਰੀਰ ਨੂੰ ਤਾਂ ਕੀ ਸਮਝਾਉਣਾ। ਮਹਾਰਾਜ ਨੇ ਦਾ ਸਰੀਰ ਸੂਤਿਆ ਹੋਇਆ 84 ਸਾਲ ਦੀ ਬਜ਼ੁਰਗ ਉਮਰਾਂ ਵਿੱਚ ਤਾਂ ਗੱਦੀ ਦੇ ਮਾਲਕ ਬਣੇ। 105 ਸਾਲ ਦੀ ਅਵਸਥਾ ਤੱਕ ਤਪ ਕਰਦੇ ਰਹੇ। ਬੁੱਢਾ ਬੰਦਾ ਨਾ ਬਹਿ ਸਕਦਾ ਨਾ ਖਲੋ ਸਕਦਾ। ਮਹਾਰਾਜ ਨੇ ਉਹ ਕਿੱਲੀ ਬਣਾਈ ਸੀਗੀ, ਕਿੱਲੀ ਨਾ ਪਕੜ ਕੇ ਤਪ ਕਰਦੇ ਰਹੇ। ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਗੁਰੂ ਸਾਹਿਬ ਦੀ ਕਿੱਲੀ ਹੈ। ਅਤੇ ਅਲੂਣਾ ਦਲੀਆ ਜਿਹ 'ਚ ਨਾ ਲੂਣ ਹੁੰਦਾ ਨਾ ਮਿੱਠਾ ਹੁੰਦਾ, ਅਤੇ ਸਾਦਾ ਜੀਵਨ ਸੀਗਾ ਗੁਰੂ ਮਹਾਰਾਜ ਦਾ। ਉਹਨਾਂ ਦਾ ਆਪਦੇ ਸਰੀਰ ਨੂੰ ਕੀ ਸਮਝਾਉਣਾ, ਸਾਨੂੰ ਹੀ ਸਮਝਾ ਰਹੇ ਨੇ। ਹੁਣ ਜਿਹੜਾ ਵੀ ਆਪਾਂ ਬਾਣੀ ਪੜ੍ਹਾਂਗੇ ਸਾਨੂੰ ਇਉਂ ਮਹਿਸੂਸ ਹੋਏਗਾ ਕਿ ਅਸੀਂ ਆਪਦੇ ਸਰੀਰ ਨੂੰ ਸਮਝਾ ਰਹੇ ਹਾਂ। ਇਹ ਉੱਤਮ ਭਗਤੀ ਰਾਹੀਂ ਉਪਦੇਸ਼ ਦਿੰਦੇ ਨੇ ਕਿ ਹੇ ਮੇਰਿਆ ਸਰੀਰਾ, ਇਹ ਸੰਸਾਰ ਦੇ ਵਿੱਚ ਮਨੁੱਖਾ ਜਨਮ ਦੇ ਵਿੱਚ ਤੂੰ ਆ ਕੇ ਕਿਉਂ ਦੁੱਧ ਕਰਮ ਕਮਾਇਆ। ਕੀ ਤੂੰ ਸ਼ੁਭ ਕਰਮ ਕਮਾਇਆ। ਧੰਨ ਗੁਰੂ ਅਮਰਦਾਸ ਜੀ ਨੇ ਤਾਂ 12 ਸਾਲ ਗੁਰਦੁਆਰੇ ਦੀਆਂ ਗਾਗਰਾਂ ਢੋਈਆਂ, ਜਲ ਦੀ ਸੇਵਾ ਕੀਤੀ। ਉਹਨਾਂ ਤਾਂ ਬਹੁਤ ਸ੍ਰੇਸ਼ਟ ਕਰਮ ਕੀਤੇ। ਪਹਿਲਾਂ 6 ਮਹੀਨੇ ਬਾਅਦ ਗੰਗਾ ਦੀ ਯਾਤਰਾ ਜਾਂਦੇ ਰਹੇ। ਧਰਮੀ ਸਨ, ਪਰਉਪਕਾਰੀ ਸਨ, ਦਾਨੀ ਪੁੰਨੀ ਸਨ। ਆਪਦਾ ਸਾਰਾ ਜੀਵਨ ਸੇਵਾ ਲਈ ਸਮਰਪਿਤ ਕੀਤਾ ਹੋਇਆ ਸੀ ਮਹਾਰਾਜ ਨੇ। ਬੌਲੀ ਸਾਹਿਬ ਵੇਖੋ ਕਿੰਨੀ ਡੂੰਘੀ, 84 ਪੌੜੀਆਂ ਵਾਲੀ। ਬੋਰ ਕਰਨਾ ਔਖਾ ਹੁੰਦਾ ਅੱਜ ਕੱਲ੍ਹ ਦੀ ਡੇਟ ਦੇ ਵਿੱਚ। ਵੇਖੋ ਕਿੰਨਾ ਔਖਾ, ਕਿੰਨਾ ਮਹਿੰਗਾ ਹੈ। ਫਿਰ ਖੂਹ ਲਾਉਣਾ ਉਹਦੇ ਤੋਂ ਔਖਾ, ਅਤੇ ਬੌਲੀ ਬਣਾਉਣੀ ਪੌੜੀਆਂ ਵਾਲੀ। ਇਹ ਸਰਬੱਤ ਦੇ ਭਲੇ ਲਈ ਮਹਾਰਾਜ ਨੇ ਕਾਰਜ ਕੀਤੇ। ਧਾਰਮਿਕ ਕਾਰਜ, ਗੁਰੂ ਕਾ ਲੰਗਰ ਚਲਾਇਆ ਜਿਹਦੇ 'ਚ ਇੱਕੋ ਪੰਗਤ 'ਚ ਬੈਠ ਕੇ ਸਭ ਛਕ ਸਕਣ। ਪਹਿਲੇ ਪੰਗਤ ਪਿੱਛੇ ਸੰਗਤ ਦਾ ਅਸੂਲ ਸਾਹਿਬਾਂ ਨੇ ਕਾਇਮ ਕੀਤਾ। ਮਹਾਰਾਜ ਨੇ ਤਾਂ ਸਾਰੀ ਜ਼ਿੰਦਗੀ ਇੱਕ ਮਾਈ ਦਾ ਤਈਏ ਤਾਪਨਾ ਪੁੱਤਰ ਸਮਾਪਤ ਹੋ ਗਿਆ, ਉਹਨੂੰ ਆਪਦੀ ਆਤਮਿਕ ਸ਼ਕਤੀ ਨਾਲ ਸੁਰਜੀਤ ਕਰਕੇ ਪ੍ਰਣ ਕੀਤਾ ਕਿ ਸਾਡੇ ਹੁੰਦੇ ਆ ਕਾਲ ਜਿਹੜਾ ਗੋਇੰਦਵਾਲ ਸਾਹਿਬ ਦੇ ਵਿੱਚ ਨਹੀਂ ਆਵੇਗਾ। ਬਚਨ ਤਾਂ ਇਹ ਕੀਤਾ ਵੀ ਕਿਸੇ ਜਵਾਨ ਦੀ ਮੌਤ ਨਹੀਂ ਹੋਏਗੀ, ਮਾਂ ਪਿਓ ਦੇ ਹੁੰਦੇ ਆ,
ਪਰ ਮੌਤ ਨੇ ਗੋਂਦਵਾਲ ਸਾਹਿਬ ਹੀ ਛੱਡ ਦਿੱਤਾ। ਅਤੇ ਜਮ ਨਾ ਪੇਖਿਆ ਨੈਣ, ਕਿਸੇ ਨੇ ਜਮ ਆਪਦੀਆਂ ਅੱਖਾਂ ਨਾਲ ਨਹੀਂ ਵੇਖਿਆ ਜਿੰਨਾ ਚਿਰ ਮਹਾਰਾਜ ਗੁਰਤਾ ਗੱਦੀ 'ਤੇ ਬੈਠੇ ਰਹੇ। ਨਾਮ ਸੁਣੇ ਸੋ ਤੂਫਾਨ ਡਰਿਓ, ਗੁਰੂ ਦਾ ਨਾਮ ਸੁਣਦਿਆਂ ਹੀ ਧਰਮ ਰਾਜਾ ਡਰ ਗਿਆ। ਸੋ ਸਾਹਿਬ ਤਾਂ ਪਰਉਪਕਾਰੀ ਸੀਗੇ। ਅੱਜ ਕੱਲ੍ਹ ਵੇਖੋ ਕਿਸਾਨ ਵਿਚਾਰੇ ਰੋ ਰਹੇ ਨੇ। ਆ ਜਿਹੜੇ ਕਹਿੰਦੇ ਵੀ ਆਪਾਂ ਗੁਰੂ ਆ, ਇੱਕ ਤਾਂ ਜੇਲ੍ਹ 'ਚ ਬੈਠਾ ਅਤੇ ਬਾਕੀ ਬਾਹਰ ਵੀ ਟਾਰਾਂ ਮਾਰਦੇ ਨੇ। ਸਿੱਖਾਂ ਦਾ ਨਹੀਂ ਕੋਈ ਗੁਰੂ ਗੁਰੂ ਹੈ। ਮੈਂ ਪਹਿਲਾਂ ਵੀ ਆਖਿਆ ਜੇ ਕੋਈ ਗੁਰੂ ਹੁੰਦਾ ਤਾਂ ਉੱਥੇ ਦਿੱਲੀ ਨਾ ਜਾਂਦਾ, ਉੱਥੇ ਮਰੇ ਜਾ ਕੇ। ਵੇਖੋ ਕਿੰਨੇ ਕਿਸਾਨ ਵਿਚਾਰੇ ਤਰਾਹ ਤਰਾਹ ਕਰ ਰਹੇ। ਕੋਈ ਖੱਡ 'ਚ ਡਿੱਗ ਪਿਆ, ਕੋਈ ਕੁਛ ਖੁਦਕੁਸ਼ੀ ਕਰ ਗਿਆ, ਕੋਈ ਕੁਛ ਗੁਰੂ ਕਿਉਂ ਨਹੀਂ ਬੋਲਿਆ? ਕੋਈ ਹੈ ਸਾਡਾ ਮਾਲਕ ਸਿਵਾਏ ਗੁਰੂ ਗ੍ਰੰਥ ਸਾਹਿਬ ਤੋਂ? ਇਹਨਾਂ ਦੇ ਚਰਨਾਂ 'ਚ ਅਰਦਾਸਾਂ ਹੁੰਦੀਆਂ ਨੇ। ਜੇ ਹੈ ਮੈਂ ਅਤੇ ਉੱਥੇ ਜਾ ਕੇ ਬੋਲੇ, ਉੱਥੇ ਮਰੇ, ਆਪਦੀ ਜਾਨ ਦੇਵੇ, ਉੱਥੇ ਜਾ ਕੇ ਮੁਜ਼ਾਹਰਾ ਕਰੇ। ਕਿੰਨੇ ਲੋਕ ਨੇ ਉਹਨਾਂ ਦੇ ਮਗਰ। ਸਾਡਾ ਨਹੀਂ ਕੋਈ ਗੁਰੂ ਗੁਰੂ ਹੈ। ਇੱਕੋ ਹੀ ਗੁਰੂ ਹੋਇਆ ਮਹਾਰਾਜ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲਾ, ਜਿਹਨੇ ਆਪਦੇ ਬੱਚੇ ਵਾਰੇ ਨੇ। ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ ਨੇ। ਜੇ ਗੱਲ ਝੂਠੀ ਹੈ ਤਾਂ ਮੈਨੂੰ ਫੜ ਲਿਓ। ਇਹ ਬਿਲਕੁਲ ਸੱਚੇ ਬਚਨ ਨੇ। ਸਾਨੂੰ ਮੰਨਣਾ ਪਏਗਾ ਵੀ ਸਾਡਾ ਗੁਰੂ ਨਹੀਂ ਜੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ। ਮਹਾਰਾਜ ਧੰਨ ਗੁਰੂ ਅਮਰਦਾਸ ਦੇ ਕੋਲ ਅਕਬਰ ਆਇਆ ਸੀਗਾ ਅਤੇ ਉਹਨੇ ਹੀਰੇ ਮੋਤੀਆਂ ਦਾ ਥਾਲ ਭੇਟਾ ਕੀਤਾ। ਮੇਰੇ ਵਰਗਾ ਹੁੰਦਾ ਆਪਦੇ ਘਰ ਨੂੰ ਲੈ ਜਾਂਦਾ ਵੀ ਸਾਨੂੰ ਕੀ ਲੈਣਾ ਕਿਸਾਨਾਂ ਤੋਂ। ਕੋਈ ਮਰੇ ਤੇ ਮਰੇ ਪਿਆ। ਆਪਦਾ ਸੁੱਖ ਲਓ, ਗਰਾਂਟਾਂ ਲਓ, ਗੌਰਮੈਂਟ ਨਾਲ ਮਿਲ ਕੇ ਰਹੋ, ਐਗਰੀਮੈਂਟ ਕਰੋ ਅਤੇ ਚੁੱਪ ਕਰਕੇ ਆਪਦੇ ਰੋਟੀ ਪਾਣੀ ਖਾਓ। ਕੋਈ ਮਰਦਾ ਮਰੇ ਪਿਆ। ਇਹੀ ਲੋਕ ਵੱਡੇ ਇਸ ਤਰ੍ਹਾਂ ਹੀ ਐਗਰੀਮੈਂਟ ਕਰਕੇ ਆਪਦੇ ਪੁੱਤਾਂ ਦਾ ਆਪਦਾ ਭਲਾ ਸੋਚ ਲੈਂਦੇ। ਗੋਰਿਆਂ ਨੇ ਵੀ ਕਈਆਂ ਨੂੰ ਕਿਲ੍ਹੇ ਦੇ ਦਿੱਤੇ, ਕਈਆਂ ਨੂੰ ਗਰਾਂਟਾਂ ਦੇ ਦਿੱਤੀਆਂ ਵੀ ਬੋਲਣਾ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਚੁੱਕ ਲਾ ਆਪਦੇ ਹੀਰੇ ਮੋਤੀ, ਮੈਂ ਨਹੀਂ ਲੈਂਦਾ। ਕਹਿੰਦੇ ਮਹਾਰਾਜ ਲੰਗਰ ਚਲਾ ਦਿਓ। ਕਈ ਕਹਿੰਦੇ ਨਾ ਵੀ ਗੁਰਦੁਆਰੇ ਗੋਲਕ 'ਚ ਭੇਟਾ ਕਰ ਦਿਓ। ਵੀ ਬੰਦਾ ਪੁੱਛੇ ਤੁਹਾਨੂੰ ਗੁਰਦੁਆਰਾ ਭੁੱਲਿਆ, ਤੁਸੀਂ ਆਪ ਮੱਥਾ ਟੇਕੋ। ਤੁਸੀਂ ਲਾਲਚ 'ਚ ਕਿਉਂ ਬੰਦੇ ਨੂੰ ਪਾ ਰਹੇ ਹੋ ਭਾਈ? ਇਹ ਤਾਂ ਖਰੀਦਣ ਦੀ ਤਰ੍ਹਾਂ ਹੋ ਗਿਆ। ਅਤੇ ਇਸ ਵਾਸਤੇ ਆਪਦੀ ਅਰਦਾਸ ਖੁਦ ਆਪ ਕਰੋ। ਤੁਸੀਂ ਜਾਓ, ਸਾਨੂੰ ਕਿਉਂ ਦੇ ਰਹੇ ਹੋ? ਮਹਾਰਾਜ ਕਹਿੰਦੇ ਲੰਗਰ ਤੇਰੇ ਪੈਸਿਆਂ ਨਾਲ ਨਹੀਂ ਚੱਲਦਾ, ਇਹ ਸਰਕਾਰੀ ਮਾਮਲੇ ਨਾਲ। ਤੂੰ ਤਾਂ ਲੋਕਾਂ ਦਾ ਖੂਨ ਚੂਸਿਆ ਹੋਇਆ। ਵੇਖੋ ਕਿੰਨੀਆਂ ਕੁਦਰਤੀ ਆਫਤਾਂ ਹੁੰਦੀਆਂ। ਲੋਕ ਵਿਚਾਰੇ ਗਰੀਬ ਕਿਸਾਨ ਕਿੰਨੇ ਮੁਸ਼ਕਿਲ ਦੇ ਨਾਲ ਪੈਲੀ ਪਾਲਦੇ। ਤੂੰ ਟੈਕਸ ਲੈ ਕੇ ਅਤੇ ਆਪਦੇ ਸੁੱਖ ਲੈ ਰਿਹਾ। ਅਤੇ ਮੈਂ ਤਾਂ ਨਹੀਂ ਇਹ ਤੇਰੇ ਪੈਸੇ ਲੈਂਦਾ, ਇਹ ਗੁਰੂ ਕਾ ਲੰਗਰ ਸੰਗਤਾਂ ਚਲਾਉਂਦੀਆਂ ਨੇ, ਤੂੰ ਆਪਦੇ ਸਾਂਭ ਕੇ ਰੱਖ। ਕਹਿੰਦਾ ਜੀ ਫਿਰ ਮੇਰੀ ਯਾਤਰਾ ਸਫਲ ਕਿਵੇਂ ਹੋਏ? ਤੁਸੀਂ ਮੇਰੇ 'ਤੇ ਨਾਰਾਜ਼ ਕਿਉਂ? ਮੈਂ ਗਲਤੀ ਕੀ ਕੀਤੀ? ਮਹਾਰਾਜ ਕਹਿੰਦੇ ਨਾਰਾਜ਼ਗੀ ਇਸ ਗੱਲ ਦੀ ਹੈ ਵੀ ਤੂੰ ਅਸੂਲਾਂ ਦਾ ਪੱਕਾ ਬੰਦਾ ਨਹੀਂ ਹੈ। ਰਾਜੇ ਮਾਂ ਪਿਓ ਹੁੰਦੇ ਨੇ ਅਤੇ ਤੂੰ ਚਿਤੌੜਗੜ੍ਹ ਵੇਖੋ ਬੀਬੀ ਵਿਚਾਰੀ ਉੱਤੋਂ ਡਿੱਗ ਕੇ ਮਰ ਗਈ। ਉਹਦੇ ਭਰਾਵਾਂ ਨੂੰ ਸ਼ੂਟ ਕਰ ਦਿੱਤਾ। ਤੂੰ ਕਿਸੇ ਦੇ ਧਰਮ ਦੇ ਉੱਪਰ ਹੱਥ ਕਿਉਂ ਪਾਉਣਾ? ਕਿਸੇ ਦੀ ਮਰਿਆਦਾ 'ਚ ਫਰਕ ਕਿਉਂ ਪਾਉਣਾ? ਹਿੰਦੂ ਘਰਾਣਿਆਂ ਦੇ ਡੋਲੇ ਕਿਉਂ ਲੈਣਾ? ਇਹ ਕੋਈ ਸਿਆਣਪ ਥੋੜ੍ਹੋ ਆ। ਸਾਡੇ ਨਾਲ ਪ੍ਰਣ ਕਰ ਵੀ ਅੱਜ ਤੋਂ ਬਾਅਦ ਮੈਂ ਜ਼ਬਰਦਸਤੀ ਕਿਸੇ ਹਿੰਦੂ ਘਰਾਣੇ ਦਾ ਡੋਲਾ ਨਹੀਂ ਲਿਆਂਗਾ। ਕਹਿੰਦਾ ਜੀ ਸਤ ਬਚਨ, ਅੱਜ ਤੋਂ ਬਾਅਦ ਇਹ ਕੰਮ ਛੱਡਿਆ। ਫਿਰ ਮਹਾਰਾਜ ਕਹਿੰਦੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦੇ। ਕਰਜ਼ਾ ਵਾਹਿਗੁਰੂ ਟੈਕਸ, ਜੋ ਤੂੰ ਟੈਕਸ ਮਾਮਲਾ ਕਰਾਉਂਦਾ ਹੈ, ਐਤਕੀ ਇਹਨਾਂ ਨੂੰ ਫਾਇਦਾ ਨਹੀਂ ਹੋਇਆ। ਮੀਂਹ ਹਨੇਰੀ ਨਾਲ 100 ਨੁਕਸਾਨ ਹੁੰਦਾ। ਇਹ ਵਿਚਾਰੇ ਪਹਿਲਾਂ ਹੀ ਗਰੀਬ ਹਨ, ਮਸਾਂ ਆਪਦੇ ਬੱਚੇ ਪਾਲਦੇ ਨੇ। ਕਹਿੰਦਾ ਜੀ ਸਤ ਬਚਨ। ਕੈਨੇਡਾ ਅਮਰੀਕਾ ਦੇ ਵਿੱਚ ਫੂਡ ਉੱਪਰ ਟੈਕਸ ਨਹੀਂ ਹੈ। ਉਸ ਤਰ੍ਹਾਂ $100 ਪਿੱਛੇ 20% ਟੈਕਸ ਹੈ। 20 ਰੁਪਈਏ ਕੱਟੇ ਜਾਂਦੇ, $20। ਪਰ ਖਾਣ ਪੀਣ ਦੀਆਂ ਚੀਜ਼ਾਂ ਇੰਨੀਆਂ ਸਸਤੀਆਂ, ਬੰਦਾ ਡਾਲਰ ਨਾਲ ਵੀ ਲੱਗ ਜਾਂਦਾ। ਖਾਣ ਪੀਣ 'ਤੇ ਕੋਈ ਟੈਕਸ ਨਹੀਂ। ਸਾਡੇ ਲੋਕਾਂ ਕਮਲਿਆਂ ਨੂੰ ਕੌਣ ਸਮਝਾਏ? ਖਾਣ ਪੀਣ 'ਤੇ ਵੀ ਟੈਕਸ ਲੱਗਾ ਹੋਇਆ। ਉਹ ਕਣਕ ਗੋਦਾਮਾਂ 'ਚ ਭਾਵੇਂ ਸੜ ਜਾਏ, ਸੜਿਆਣ ਮਾਰ ਕੇ ਕੀੜੇ ਪੈ ਜਾਣ, ਪਰ ਕਿਸੇ ਗਰੀਬ ਨੂੰ ਨਹੀਂ ਦੇਣੀ ਆਪਾਂ। ਤੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੇਖੋ ਧੰਨ ਗੁਰੂ ਅਮਰਦਾਸ ਜੀ ਅਕਬਰ ਨੂੰ ਮਨਾਇਆ। ਕਹਿੰਦਾ ਜੀ ਅੱਜ ਦੀ ਡੇਟ ਦੇ ਵਿੱਚ ਹੁਣ ਮੈਂ ਟੈਕਸ ਨਹੀਂ ਲਿਆਂਗਾ, ਐਤਕੀ ਦਾ ਮਾਫਲਾ ਮਾਫ। ਫਿਰ ਤੀਸਰਾ ਬਚਨ ਮਹਾਰਾਜ ਕਹਿੰਦੇ ਵੀ ਸਤੀ ਦੀ ਰਸਮ ਬੰਦ ਕਰ ਦੇ। ਕਿਸੇ ਬੀਬੀ ਦਾ ਪਤੀ ਵਿਚਾਰਾ ਚੜ੍ਹਾਈ ਕਰ ਗਿਆ ਅਤੇ ਉਹ ਕਰਮਾਂ ਦੀ ਮਾਰੀ ਤਾਂ ਪਹਿਲਾਂ ਹੀ ਉਹਨੂੰ ਫੜ ਕੇ ਲੋਕ ਚਿਖਾ 'ਤੇ ਸੁੱਟ ਦਿੰਦੇ ਜੇ ਆਪ ਸਤੀ ਨਾ ਹੋਵੇ। ਤੂੰ ਰਾਜਾ ਹੈ, ਤੇਰਾ ਹੁਕਮ ਦੁਨੀਆ ਮੰਨਦੀ ਹੈ, ਸਾਡੀ ਗੱਲ ਬਹੁਤਿਆਂ 'ਚ ਨਹੀਂ ਜਾਣੀ ਅਤੇ ਤੂੰ ਬਾਈ ਆਰਡਰ ਕਹਿ ਕੇ ਸਤੀ ਦੀ ਰਸਮ ਨਹੀਂ ਹੋਏਗੀ। ਇਉਂ ਗੁਰੂ ਅਮਰਦਾਸ ਜੀ ਨੇ ਅਕਬਰ ਨੂੰ ਕਹਿ ਕੇ ਸਤੀ ਦੀ ਰਸਮ ਬੰਦ ਕਰਾਈ।
ਤੇ ਸਾਧ ਸੰਗਤ ਜੀ ਉਹ ਗਰੀਬਾਂ ਦੇ ਘਰਾਂ ਦੇ ਡੋਲੇ ਲੈਣੇ ਉਹਨੇ ਬੰਦ ਕਰਾਏ ਤੇ ਕਿਸਾਨਾਂ ਗਰੀਬਾਂ ਦਾ ਕਰਜ਼ਾ ਉਹ ਆਪਣਾ ਟੈਕਸ ਮਾਫ ਕਰਾਇਆ। ਇਹ ਗੁਰੂ ਘਰ ਦੀ ਵਡਿਆਈ ਹੈ। ਸੱਚੇ ਪਾਤਸ਼ਾਹ ਹਮੇਸ਼ਾ ਹੀ ਨਿਮਾਣਿਆਂ ਨਤਾਣਿਆਂ ਗਰੀਬਾਂ ਦੇ ਹੱਕ ਦੇ ਵਿੱਚ ਬੋਲਦੇ ਰਹੇ। ਗੁਰੂ ਨਾਨਕ ਸਾਹਿਬ ਵੱਲ ਵੇਖੋ, ਬਾਬਰ ਦੀਆਂ ਚੱਕੀਆਂ ਮਹਾਰਾਜ ਨੇ ਚਲਾਈਆਂ, ਉਹਦੀ ਕੈਦ ਦੇ ਵਿੱਚ ਕੈਦ ਹੋਏ। ਗੁਰੂ ਸਾਹਿਬ ਤਾਂ ਕਿਸੇ ਗੱਲ ਵਿੱਚ ਹੀ ਨਹੀਂ ਸਨ, ਉਹ ਤਾਂ ਪਰਦੇਸੀ ਫਿਰਦੇ ਫਿਰਾਉਂਦੇ ਉੱਥੇ ਏਮਨਾਬਾਦ ਗਏ। ਵੇਖਿਆ ਵੀ ਲੋਕਾਂ ਨੂੰ ਕੁੱਟ ਪਈ, ਭਾਵੇਂ ਉਹਨਾਂ ਦੀ ਆਪਦੀ ਗਲਤੀ ਕਰਕੇ ਸਭ ਨੁਕਸਾਨ ਹੋਇਆ। ਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਧਨ ਜੋਬਨ ਦੋਇ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਪਰ ਫਿਰ ਵੀ ਮਹਾਰਾਜ ਨੇ ਆਖਿਆ ਵੀ ਏਤੀ ਮਾਰ ਪਈ ਕਰ ਲਾਣੇ, ਤੈਂ ਕੀ ਦਰਦ ਨਾ ਆਇਆ? ਕਿ ਮਹਾਰਾਜ ਤੈਨੂੰ ਤਰਸ ਨਹੀਂ ਆਇਆ? ਇੰਨੇ ਗੁਰੂ ਸਾਹਿਬ ਦਿਆਲੂ ਸੀਗੇ। ਲੁੱਟ ਦੀ ਕੁੱਟ ਦੀ ਪਰੇਸ਼ਾਨ ਜਨਤਾ ਦੇ ਵਿੱਚ ਆਪ ਕੈਦ ਹੋ ਗਏ। ਬਾਬਰ ਨੂੰ ਉਹਦੇ ਮੂੰਹ 'ਤੇ ਜਾਬ ਰੱਖਿਆ, ਆਪਦੇ ਤਰੀਕੇ ਨਾਲ ਮਹਾਰਾਜ ਨੇ ਸਮਝਾਇਆ। ਫਿਰ ਛੇਵੇਂ ਪਾਤਸ਼ਾਹ ਦਾ ਤਰੀਕਾ ਕੁਝ ਵੱਖਰਾ ਸੀਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਕੰਮ ਹੀ ਤਮਾਮ ਕਰ ਦਿੱਤੇ। 800 ਸਾਲ ਦੀ ਜੜ ਪੁੱਟ ਕੇ ਸਮੁੰਦਰ ਸੁੱਟ ਦਿੱਤੀ। ਅੱਜ ਤੱਕ ਉਹ ਲੋਕ ਇੱਧਰ ਵੱਲ ਮੂੰਹ ਨਹੀਂ ਕਰ ਸਕੇ। ਇਹ ਸਾਡੇ ਗੁਰੂ ਮਹਾਰਾਜ ਦਾ ਜੀਵਨ ਹੈ, ਜਿਨ੍ਹਾਂ ਦਾ ਹੋਲਾ ਮਹੱਲਾ ਅੱਜ ਤੋਂ ਸ਼ੁਰੂ ਹੈ 26, 27, 28, 29 ਤੱਕ, 29 ਨੂੰ। ਸੋ ਖਾਲਸੇ ਨਾਲ ਇੰਨਾ ਪ੍ਰੇਮ ਕਰਦੇ ਸੀ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਹਰਿਮੰਦਰ ਸਾਹਿਬ ਤੋਂ ਸ਼ਬਦ ਕੀਰਤਨ ਆ ਰਿਹਾ ਸੀ। ਮੈਂ ਸੋਚ ਹੰਭ ਗਿਆ ਵੀ ਅੱਜ ਦਿਨ ਕਿਹੜਾ ਹੈ ਜਿਹੜਾ ਇਹ ਸ਼ਬਦ ਪੜ੍ਹ ਰਹੇ ਨੇ। ਇਹ ਸੋਚਿਆ ਵੀ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਸ਼ਬਦ ਕੀਰਤਨ ਹੋ ਰਿਹਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਸਰੀਰਾ ਮੇਰਿਆ, ਇਹ ਮੇਰਿਆ ਸਰੀਰਾ ਖੂਹ 'ਚ ਡੁੱਬ ਕੇ ਮਰ ਜਾ, ਨੱਕ ਡੁੱਬ ਕੇ ਚੱਪਣੀ 'ਚ ਮਰ ਜਾ। ਲੋਕਾਂ ਨੇ ਕਹਾਵਤ ਬਣਾਈ ਹੈ ਨਾ, ਤੇਰਾ ਬੇੜਾ ਕਿਉਂ ਨਹੀਂ ਬਹਿੰਦਾ, ਗਰਕ ਕਿਉਂ ਨਹੀਂ ਹੁੰਦਾ? ਤੂੰ ਦੁਨੀਆ ਨੂੰ ਤੰਗ ਕੀਤਾ ਹੋਇਆ, ਦੁਖੀ ਕੀਤਾ ਹੋਇਆ। ਸਰੀਰ ਲੈ ਕੇ ਤੂੰ ਦੱਸ ਕੀ ਲਾਭ ਖੱਟਿਆ ਦੁਨੀਆ ਦਾ? ਜੇ ਤੂੰ ਭਲਾ ਨਹੀਂ ਕੀਤਾ, ਕਿਸੇ ਦੀ ਗੱਲ ਨਹੀਂ ਸੁਣੀ, ਆਪਦੇ ਮਨ ਦੀ ਬਾਤ ਦੁਨੀਆ ਨੂੰ ਸੁਣਾਈ ਜਾਓ, ਆਪ ਦਾ ਬੱਕੜਵਾਦ ਬੋਲੀ ਜਾਓ, ਤੇ ਜਦੋਂ ਕੋਈ ਬੋਲੇ ਆਖੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਇਹ ਬੋਲਦੇ ਕੀ ਨੇ। ਦੱਸੋ ਇਹ ਕੋਈ ਜ਼ਿੰਮੇਵਾਰ ਦੇ ਬਿਆਨ ਹੈ? ਜ਼ਿੰਮੇਵਾਰ ਬੰਦਾ ਚੰਗਾ ਭਲਾ ਅਹੁਦੇਦਾਰ ਇਸ ਤਰ੍ਹਾਂ ਦਾ ਬਚਨ ਕਰੇ, ਗੱਲ ਕਰੇ, ਤੇ ਉਹ ਕਿੱਥੇ ਗੱਲ ਜਾਂਦੀ ਹੈ? ਆਪ ਦੀ ਗੱਲ ਸਾਡੀ ਸਾਰੀ ਦੁਨੀਆ ਸੁਣੇ ਤੇ ਕਿਸੇ ਦੀ ਗੱਲ ਆਪਾਂ ਸੁਣਨ ਨੂੰ ਤਿਆਰ ਨਹੀਂ। ਜੇ ਕੋਈ ਸੁਣਾਉਂਦਾ ਅਸੀਂ ਤਾਂ ਬੋਲੇ ਹੋਏ ਪਏ ਹਾਂ, ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ, ਸਾਨੂੰ ਤਾਂ ਪਤਾ ਹੀ ਨਹੀਂ ਵੀ ਇਹ ਬੋਲਦੇ ਕੀ ਨੇ। ਇਹ ਮੇਰਾ ਸਰੀਰਾ ਇਸ ਜਗ ਮਹਿ ਆਏ ਕੈ, ਇਹ ਜਗਤ ਦੇ ਵਿੱਚ ਆ ਕੇ ਵੀ ਗੋਡੇ ਕਟਾਉਣੀ ਆਇਆ ਤੂੰ, ਮੱਥੇ ਟਿਕਾਉਣੀ ਆਇਆ, ਤੇਰਾ ਬੇੜਾ ਕਿਉਂ ਨਹੀਂ ਬਹਿੰਦਾ? ਤੂੰ ਇਸ ਵਾਸਤੇ ਆਪ ਦਾ ਸਤਿਕਾਰ ਕਰਾਉਣ ਨਹੀਂ, ਆਪ ਦਾ ਘਰ ਹੀ ਭਰਨ ਆਇਆ। ਤੂੰ ਦੱਸ, ਬੰਦਾ ਹੋ ਕੇ ਤੈਨੂੰ ਤਾਂ ਕੁੱਤਾ ਹੀ ਚੰਗਾ, ਤੈਨੂੰ ਤਾਂ ਬਿੱਲੇ ਹੀ ਚੰਗੇ ਨੇ, ਤੈਨੂੰ ਤਾਂ ਪਸ਼ੂ ਡੰਗਰ ਹੀ ਚੰਗੇ ਨੇ। ਜਿਹੜੇ ਵੇਖੋ ਖੜ ਖਾਵੇ ਅੰਮ੍ਰਿਤ ਦੇ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਹੀ ਹੁਣੇ ਆਦਮੀ, ਤੇਰੇ ਇੱਕ ਜੀਵਨ ਕਰਮ ਕਰੇ। ਤੂੰ ਬੰਦਾ ਬਣ ਕੇ ਕਿਸੇ ਦੇ ਕੰਮ ਨਹੀਂ ਆਇਆ। ਕੋਈ ਪਰਉਪਕਾਰ, ਕੋਈ ਸੇਵਾ ਵੀ ਬੰਦੇ 'ਚ ਭਾਵਨਾ ਹੋਣੀ ਚਾਹੀਦੀ ਹੈ। ਆਪਦਾ ਹੀ ਢਿੱਡ ਭਰੀ ਜਾਓ, ਆਪਦੇ ਬੱਚਿਆਂ ਦਾ ਪਤਾ ਨਹੀਂ। ਲੋਕਾਂ ਨੇ ਸਮਝਿਆ ਨਹੀਂ ਵੀ ਮਰ ਜਾਣਾ, ਕਿੱਥੇ ਪੈਸਾ ਲੈ ਕੇ ਜਾਣਾ। ਤਾਂ ਇਸ ਲਈ ਸਭ ਕੁਝ ਦੁਨੀਆ ਇੱਥੇ ਛੱਡ ਕੇ ਤੁਰ ਗਈ। ਕਿਲੇ ਵੇਖੋ ਉਜਾੜ ਪੁਜਾੜ ਪਏ ਹੋਏ ਹਨ। ਇਹਨਾਂ ਵੱਲ ਵੇਖ ਕੇ ਸਾਨੂੰ ਆਗਰੇ ਦਾ ਕਿਲ੍ਹਾ, ਤਾਜ ਮਹਿਲ ਵੱਲ ਵੇਖ ਕੇ, ਗਵਾਲੀਅਰ ਦੇ ਕਿਲ੍ਹੇ ਵੱਲ ਵੇਖ ਕੇ, ਆਹ ਸਾਡੇ ਸੁਹਾਣੇ ਜੀ ਆ ਮੇਰੇ ਗੁਆਂਢੀ, ਮੈਂ ਕੋਠੇ 'ਤੇ ਚੜ੍ਹਦਾ ਹਮੇਸ਼ਾ ਉਹਦੇ ਵੱਲ ਵੇਂਦਾ। ਖੰਡਰਾਤ ਪਿਆ ਹੈ, ਸਭ ਕੁਛ ਬਰਬਾਦ। ਤੇ ਇਸ ਵਾਸਤੇ ਤਰੱਕੀ ਮਹਾਰਾਜ ਦੇ ਸੇਵਾ ਸਿਮਰਨ ਪਰਉਪਕਾਰ ਨਾਲ ਹੁੰਦੀ ਹੈ। ਕਿਆ ਦੁੱਧ ਕਰਮ ਕਮਾਇਆ, ਦੱਸ ਤੂੰ ਕੀ ਕੰਮ ਕੀਤਾ, ਸ਼ੁਭ ਕਰਮ ਕੀ ਕਮਾਇਆ ਹੈ? ਕੀ ਕਰਮ ਕਮਾਇਆ ਤੁਧ ਸਰੀਰਾ, ਇਹ ਸਰੀਰਾ ਤੂੰ ਕੀ ਕਰਮ ਕਮਾਇਆ ਹੈ? ਜਾਂ ਤੂੰ ਜਗ ਮਹਿ ਆਇਆ, ਜਿਹੜਾ ਚੰਗਾ ਕਰਮ ਕਮਾਇਆ ਜਦੋਂ ਤਾਂ ਤੂੰ ਜਗਤ ਵਿੱਚ ਸੰਸਾਰ ਵਿੱਚ ਆਇਆ ਹੈ। ਸਾਰੇ ਨਿਕੰਮੇ ਕੰਮ ਕੀਤੇ ਹਨ। ਜਿਨ ਹਰ ਤੇਰਾ ਰਚਨ ਰਚਿਆ, ਜਿਸ ਹਰੀ ਪਰਮੇਸ਼ਰ ਨੇ ਤੇਰਾ ਸੂਖਮ ਤੱਤਾਂ ਨੂੰ ਰਚ ਕੇ ਸੂਖਮ ਸਰੀਰ ਰਚਿਆ, ਅਸਥੂਲ ਤੱਤਾਂ ਨੂੰ ਰਚ ਕੇ ਅਸਥੂਲ ਸਰੀਰ ਰਚਿਆ, ਸੋ ਹਰ ਮਨ ਨਾ ਵਸਾਇਆ। ਉਹ ਹਰੀ ਪਰਮੇਸ਼ਰ ਨੂੰ ਆਪਦੇ ਮਨ 'ਚ ਹੀ ਨਹੀਂ ਵਸਾਇਆ। ਭਾਵ ਇੱਕ ਚਿੱਤ ਹੋ ਕੇ ਕਦੀ ਵੀ ਤੂੰ ਧਿਆਉਣਾ ਨਹੀਂ ਕੀਤਾ ਹੈ। ਸੱਚਖੰਡ ਹਜ਼ੂਰ ਸਾਹਿਬ ਪਹਿਲਾਂ ਸੰਗਤਾਂ ਜਾਂਦੀਆਂ, ਕਈ ਵਾਰ ਲੰਗਰ ਤੋਂ ਪਾਣੀ ਤੋਂ ਦਿੱਕਤ ਆਉਂਦੀ,
ਮਹਾਂਪੁਰਖ ਸੰਤ ਬਾਬਾ ਬਲਵਿੰਦਰ ਸਿੰਘ ਜੀ, ਨਰਿੰਦਰ ਸਿੰਘ ਸਾਹਿਬ, ਉਹਨਾਂ ਇੰਨਾ ਪਰਉਪਕਾਰ ਕੀਤਾ। ਸੰਗਤਾਂ ਦੀ ਦਿੱਤੀ ਮਾਇਆ ਨਾਲ ਬਹੁਤ ਡੂੰਘਾ ਹੇਠਾਂ ਪਾਣੀ ਦਾ ਪੜ ਪਾਟਾ ਹੋਇਆ। ਖੂਹ ਮਹਾਂਪੁਰਖ ਕਹਿੰਦੇ ਵੀ ਪਾਣੀ ਦੀ ਘਾਟ ਪੂਰੀ ਕਰਨ ਲਈ ਮਹਾਰਾਜ ਨੇ ਕਿਰਪਾ ਕੀਤੀ। ਪਤਾ ਨਹੀਂ ਕਿੰਨੀਆਂ ਮੋਟਰਾਂ ਉਹਦੀ ਸੁੱਟੀਆਂ ਹੋਈਆਂ ਅਤੇ ਪਤਾ ਹੀ ਨਹੀਂ ਚੱਲਦਾ ਵੀ ਪਾਣੀ ਆਉਂਦਾ ਕਿੱਥੋਂ ਹੈ। ਕਿੰਨੀਆਂ ਬਿਲਡਿੰਗਾਂ ਵੇਖੋ ਬਣਾਈਆਂ ਹੋਈਆਂ। ਬੰਦਾ 4 ਪ੍ਰਾਹੁਣਿਆਂ ਨੂੰ ਨਹੀਂ ਸਾਂਭ ਸਕਦਾ। ਪੂਰੀ ਦੀ ਪੂਰੀ ਰੇਲ ਗੱਡੀ ਬੱਸਿਆਂ 'ਤੇ ਚੜ੍ਹਾ ਕੇ ਅਤੇ ਸਤਿਕਾਰ ਨਾਲ ਸਾਡੇ ਅੰਮ੍ਰਿਤਸਰ ਕਮਰਾ ਲੈਣਾ ਹੋਵੇ ਤਾਂ ਭਾਅ ਦੀ ਬਣ ਜਾਂਦੀ ਹੈ। ਖੁਦ ਸਾਡੇ ਆਪਣੇ ਵਾਸਤੇ ਵੀ ਕੋਈ ਕਹਿ ਦੇ ਤਾਂ ਮੈਨੂੰ ਤਾਂ ਫਿਕਰ ਪੈ ਜਾਂਦਾ। ਇਹੀ ਬੇਨਤੀ ਕਰੀ ਦੀ ਪਰਿਕਰਮਾ ਜੀ ਸੌਂ ਜਾਓ ਭਾਈ। ਅਤੇ ਵੇਖੋ ਕਿੱਡੀ ਦੂਰ ਮਹਾਰਾਜ ਨੇ ਪ੍ਰਬੰਧ ਕੀਤਾ ਹੋਇਆ ਸੰਗਤਾਂ ਦਾ। ਪ੍ਰਾਹੁਣਿਆਂ ਵਾਂਗ ਉਹ ਸੰਗਤਾਂ ਨੂੰ ਸਾਂਭਦੇ ਨੇ। ਤੋ ਐਸਾ ਪਰਉਪਕਾਰ ਮਹਾਰਾਜ ਕਹਿੰਦੇ ਤੁਸੀਂ ਵੀ ਕੁਛ ਕਰਨ ਦੀ ਸੋਚੋ। ਗੁਰ ਪ੍ਰਸਾਦੀ ਹਰ ਮਨ ਵਸਿਆ। ਜਿਸ ਪੁਰਖ ਉੱਪਰ ਸਤਿਗੁਰੂ ਸਾਹਿਬ ਦੀ ਕਿਰਪਾ ਹੋਈ ਹੈ, ਉਹਦੇ ਮਨ ਵਿੱਚ, ਉਹਦੇ ਹਿਰਦੇ 'ਚ ਪਰਮਾਤਮਾ ਵਸ ਗਿਆ, ਟਿਕਿਆ ਹੋਇਆ, ਅਸਥਿਤ ਹੋਇਆ ਹੈ। ਪੂਰਬ ਲਿਖਿਆ ਪਾਇਆ। ਇਹ ਉਹਨੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਲੇਖ ਲਿਖਿਆ ਅਨੁਸਾਰ ਹੀ ਪਾਉਣਾ ਕੀਤਾ ਹੈ। ਨਾਮ ਜਪਣ ਦਾ ਤਾਂ ਆਪਣੇ ਆਪ ਨੂੰ ਹੀ ਲਾਭ ਹੈ, ਮਨ 'ਚ ਵਸਾਓਗੇ। ਪਰ ਸੇਵਾ ਅਤੇ ਪਰਉਪਕਾਰ ਦੂਜਿਆਂ ਨੂੰ ਲਾਭ ਪ੍ਰਾਪਤ ਹੁੰਦਾ। ਇਉਂ ਪਰਉਪਕਾਰ ਨਿਤ ਚਿਤਵ ਤੇ ਨਾ ਹੀ ਕਛ ਪੋਚ। ਸਰੀਰ ਦਾ ਲਾਭ ਇੱਕ ਤਾਂ ਹੈ ਆਪਣੇ 'ਤੇ ਪਰਉਪਕਾਰ, ਮਨ ਦੇ ਵਿੱਚ ਨਾਮ ਵਸਾਉਣਾ, ਸੇਵਾ ਕਰਕੇ ਆਪ ਦਾ ਆਪ ਸਫਲਾ ਕਰਨਾ। ਇੱਕ ਫਿਰ ਦੂਸਰਿਆਂ ਵਾਸਤੇ ਪਰਉਪਕਾਰ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ। ਸਤਿਗੁਰੂ ਜੀ ਕਹਿੰਦੇ, ਕਥਨ ਕਰਦੇ ਕਿ ਉਹਦਾ ਇਹ ਮਨੁੱਖਾ ਸਰੀਰ ਧਾਰਿਆ, ਪ੍ਰਮਾਣਿਤ, ਸਫਲਾ ਹੋ ਗਿਆ ਹੈ। ਜਨ ਸਤਿਗੁਰ ਸਿਉ ਚਿਤ ਲਾਇਆ। ਜਿਸ ਪੁਰਖ ਨੇ ਸੱਚੇ ਗੁਰੂ ਦੇ ਨਾਲ ਚਿੱਤ ਦੀ ਬਿਰਤੀ ਨੂੰ ਲਾਇਆ ਹੈ, ਸੋ ਜਿਹਦਾ ਮਨ ਚਿੱਤ ਗੁਰੂ ਜੀ ਦੇ ਚਰਨਾਂ ਵਿੱਚ ਜੁੜ ਗਿਆ, ਉਹਦਾ ਇਹ ਸਰੀਰ ਪਾਇਆ ਹੋਇਆ ਸਫਲ ਹੈ। ਬਾਕੀ ਜਿਹੇ ਆਏ ਜਿਹੇ ਨਾ ਆਏ ਇੱਕੋ ਜਿਹਾ ਹੀ ਹੈ। ਸਫਲ ਭਈ ਸਫਲ ਯਾਤਰਾ, ਆਵਣ ਜਾ ਰਹੇ ਮਿਲੇ ਸਾਧਾ। ਸਾਧ ਸੰਗਤ ਦੇ ਨਾਲ ਮਿਲ ਕੇ ਹੀ ਯਾਤਰਾ ਸਫਲ ਹੋਈ ਹੈ ਅਤੇ ਹੁੰਦੀ ਹੈ। ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਪਣੀਐ। ਆਇਆ ਤਿਨਕਾ ਸਫਲ ਭਇਆ ਹੈ, ਇੱਕ ਮਨ ਜਨੀ ਤੇ ਆਇਆ। ਮਹਾਰਾਜ ਸਾਡਾ ਆਉਣਾ ਵੀ ਸਫਲਾ ਕਰ ਦੇਵੇ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।